ਕਰੈ ਕਿਰਪਾ ਸੋ ਕਿਰਪਾਲੇ, ਸਗਰੇ ਬਿਘਨ ਬਿਨਾਸ਼ਨ ਵਾਲੇ। ਨ੍ਰਿਪ ਜਨਨੀ ਦੇਵੀ ਤੇ ਸੁਨ ਕੈ, ਬੰਦਨ ਕਰੀ ਬਾਕ ਸਭ ਮਨ ਕੈ। ਸ੍ਰੀ ਗੁਰ ਕਰੈ ਕਿਰਪਾ ਸੋ ਕਿਰਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਦਾਨ ਸਰਬ ਸ਼ਕਤੀਮਾਨ, ਕਿਰਪਾ ਸਿੰਧ ਕਾਲ ਤ੍ਰੈ ਦਰਸੀ, ਕੋ ਕਿਰਤ ਪਰਨਾਸਨਕਾਰੀ ਸਤਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਪਇਓ ਕਲਯੁਗ ਰੂਪ ਮਹਾਨ। 10 ਪਾਤਸ਼ਾਹੀਆਂ ਰੂਪ ਇਹੋ ਨਿਸ਼ਚੇ ਕਰਕੇ ਜਾਨ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ, ਨੇਮ ਅਨੁਸਾਰ ਗੁਰੂ ਭਗਤੀ ਦਾ ਰਸ ਮਾਣ ਰਹੀ ਸਤਿਕਾਰਤ ਸਾਜੀ ਅਰ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਉੱਤਮ ਭਾਗਾਂ ਵਾਲੇ ਹੋ, ਨਾਨਕ ਜਿਸ ਮਸਤਕ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਬੜੇ ਪ੍ਰੇਮ ਵਿੱਚ ਭਿੱਜ ਕੇ ਗੁਰੂ ਜਸ ਗੁਰੂ ਕੀਰਤੀ ਸੁਣਦਾ ਸੁਭਾਗ ਆਪ ਸਤ ਸੰਗੀ ਸਰੋਤੇ ਜਨਾਂ ਨੂੰ ਪ੍ਰਾਪਤ ਹੋ ਰਿਹਾ ਹੈ। ਤੇਗ ਰਾਫਤਾਹ ਗੁਰੂ ਗੋਬਿੰਦ ਸਿੰਘ, ਜਾਨੋ ਦਿਲ ਰਾਹ ਗੁਰੂ ਗੋਬਿੰਦ ਸਿੰਘ। ਆਲਮ ਉਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ। ਕਿਰਪਾ ਦੇ ਰਹਿਮਤ ਦੇ ਬੱਦਲ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਕੱਦਸ ਚਰਨ ਛੋਹ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਖਾਲਸਾ ਪੰਥ ਦੀ ਪ੍ਰਗਟ ਧਰਾ ਸਾਜਨਾ ਧਰਤੀ, ਜਿਸ ਸਥਾਨ ਦੀ ਆਪ ਜੀ ਯਾਤਰਾ ਕਰਦੇ ਹੋਏ ਗੁਰੂ ਸੰਗਤ ਦਾ ਆਨੰਦ ਮਾਣ ਰਹੇ ਹੋ। ਵਡਭਾਗੀ ਹਰ ਕੀਰਤਨ ਸੁਣੀਆ, ਵਡਭਾਗੀ ਹਰ ਕੀਰਤਨ ਗਾਈਐ, ਪਾਰ ਬ੍ਰਹਮ ਤੋਂ ਦੇਹ ਤਾਂ ਪਾਈਐ। ਵੱਡਿਆਂ ਭਾਗਾਂ ਦੇ ਨਾਲ ਗੁਰਬਾਣੀ ਦੇ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ ਹੈ। ਆਓ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਪਾਵਨ ਕਥਾ, ਰਾਸ 12ਵੀਂ, ਅਧਿਆਏ 9। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਨੇ ਸਰਵਣ ਕੀਤਾ ਹੈ, ਜਿਸ ਸਮੇਂ ਕਾਮਰੂ ਦੇਸ਼ ਦੇ ਰਾਜੇ ਦਾ ਕੋਈ ਵੱਸ ਨਹੀਂ ਚੱਲਿਆ, ਕੋਈ ਯਤਨ ਨਹੀਂ ਚੱਲਿਆ। ਕਮੱਖਿਆ ਦੇਵੀ ਦੇ ਮੰਦਰ ਵਿੱਚ ਗਿਆ ਹੈ, ਆਪਣੀ ਹਵਨ ਵਾਲੀ ਸਮੱਗਰੀ ਨਾਲ ਲੈ ਕੇ ਦੇਵੀ ਦੀ ਪੂਜਾ ਕੀਤੀ। ਕਾਫੀ ਅਰਾਧਨਾ ਤੋਂ ਬਾਅਦ ਦੇਵੀ ਨੇ ਬਚਨ ਕਹੇ ਆਕਾਸ਼ਬਾਣੀ ਦੁਆਰਾ, ਗੁਪਤ ਤਰ੍ਹਾਂ ਹੀ ਕਿਹਾ, ਰਾਜਨ, ਜੋ ਮਹਾਨ ਮਹਾਂਪੁਰਖ ਉਸ ਦਰਿਆ ਦੇ ਪਾਰ ਆਏ ਨੇ, ਉਹਨਾਂ ਦੀ ਸ਼ਰਨ ਪੈ ਜਾ, ਚਿੰਤਾ ਨਾ ਕਰ, ਤੇਰਾ ਰਾਜ ਵੀ ਇਸੇ ਤਰ੍ਹਾਂ ਹੀ ਰਹੇਗਾ, ਸੁੱਖ ਕਲਿਆਣ ਤੈਨੂੰ ਪ੍ਰਾਪਤ ਹੋਵੇਗੀ। ਜੋ ਉਹ ਕਹਿਣ ਉਹਨਾਂ ਦੇ ਬਚਨ ਮੰਨ।
ਤੋ ਇਸ ਤਰ੍ਹਾਂ ਰਾਜਾ ਫਿਰ ਆਪਣੇ ਮਹਿਲਾਂ ਵਿੱਚ ਆਇਆ ਹੈ। ਮੰਤਰੀਆਂ ਨਾਲ ਪਹਿਲਾਂ ਵਿਚਾਰ ਇਹਨੇ ਕੀਤੀ ਕੀ ਕੀਤਾ ਜਾਵੇ। ਵਜ਼ੀਰਾਂ ਨੇ ਸਲਾਹ ਦਿੱਤੀ ਕਿ ਰਾਜਨ, ਆਪਾਂ ਫੌਜਾਂ ਲੈ ਕੇ ਚੜ੍ਹਾਈ ਕਰੀਏ, ਉਸ ਰਾਜੇ ਦੇ ਨਾਲ ਜੰਗ ਕਰੀਏ ਜਿਹੜਾ ਚੜ੍ਹ ਕੇ ਆਇਆ ਹੈ। ਤੋ ਰਾਜੇ ਨੇ ਆਪਣੇ ਲਸ਼ਕਰ ਦੀ ਸਾਰੀ ਤਿਆਰੀ ਕਰਵਾਈ ਹੈ। ਆਪ ਜਦੋਂ ਰਾਤ ਦੇ ਸਮੇਂ ਆਪਣੇ ਸ਼ਸਤਰ ਬਸਤਰ ਖੰਜਰ ਆਦਿਕ ਦਸਤਾਰ ਪੋਸ਼ਾਕ ਲਾ ਕੇ ਚੌਂਕੀ 'ਤੇ ਰੱਖ ਕੇ ਪਿਆ ਹੈ, ਤਾਂ ਰਾਤ ਦੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੌਤਕ ਵਰਤਾਇਆ ਹੈ। ਇਹਦੇ ਜਿਹੜੇ ਖੰਜਰ ਆਦਿਕ ਸ਼ਸਤਰ ਨੇ ਤੇ ਪੋਸ਼ਾਕ ਹੈ, ਉਹ ਕਿਸੇ ਤਰ੍ਹਾਂ ਮਹਾਰਾਜ ਜੀ ਨੇ ਗੁਪਤ ਤਰੀਕੇ ਦੇ ਨਾਲ ਆਪਣੇ ਕੋਲ ਮੰਗਾ ਲਈ ਹੈ। ਸਵੇਰੇ ਦਿਨ ਚੜ੍ਹੇ ਜਦੋਂ ਇਹਨੇ ਵੇਖਿਆ, ਸਭ ਪਾਸੇ ਪਤਾ ਕੀਤਾ, ਹੈਰਾਨ ਹੋ ਗਿਆ। ਚਾਰੇ ਪਾਸੇ ਫੌਜਾਂ ਦਾ ਪਹਿਰਾ ਹੈ। ਦੇਵੀ ਦੇ ਮੰਤਰ, ਗੁਪਤ ਤੌਰ 'ਤੇ ਮੇਰੀ ਸਹਾਇਤਾ ਕਰਨ ਵਾਲੇ, ਉਹ ਵੀ ਮੇਰੇ ਆਲੇ ਦੁਆਲੇ ਨੇ। ਐਸਾ ਕੌਣ ਬਲੀ ਹੈ ਜਿਸ ਨੇ ਬਿਨਾਂ ਡਰ ਤੋਂ ਇਹ ਕੁਝ ਕੀਤਾ ਹੈ। ਤੋ ਇਹ ਵਿਚਾਰ ਹੀ ਰਿਹਾ ਹੈ ਕਿ ਇਹਦੀ ਮਾਤਾ ਰਾਜੇ ਦੀ ਇਹਦੇ ਕੋਲ ਆਉਂਦੀ ਹੈ। ਇਹਨੂੰ ਚਿੰਤਾ ਵਿੱਚ ਪਿਆ ਹੋ ਕੇ ਉਹ ਕਹਿੰਦੀ ਹੈ ਕਿ ਪੁੱਤਰ ਤੂੰ ਚਿੰਤਾ ਨਾ ਕਰ, ਮੈਂ ਦੇਵੀ ਦੀ ਬਹੁਤ ਵੱਡੀ ਭਗਤਣੀ ਹਾਂ, ਮੈਂ ਉਹਨੂੰ ਰਜਾਵਾਂਗੀ, ਪ੍ਰਸੰਨ ਕਰਾਂਗੀ। ਤੋ ਇਸ ਤਰ੍ਹਾਂ ਕਹਿ ਕੇ ਉਹ ਮਾਤਾ ਇਸ਼ਨਾਨ ਕਰਕੇ ਨਵੇਂ ਵਸਤਰ ਸਾਫ਼ ਪਹਿਨ ਕੇ ਮੰਦਰ ਵਿੱਚ ਗਈ ਹੈ। ਆਰਤੀ ਆਦਿ ਕੀਤੀ, ਪੂਜਾ ਕੀਤੀ ਤੇ ਅੰਤਰ ਧਿਆਨ ਹੋ ਕੇ ਅਰਾਧ ਰਹੀ ਹੈ। ਬਹੁਤ ਸਮੇਂ ਬਾਅਦ ਇਹਦੇ ਕੰਨਾਂ ਵਿੱਚ ਵੀ ਆਵਾਜ਼ ਪਈ ਕਿ ਮਾਤਾ, ਰਾਜੇ ਨੂੰ ਕਹੋ ਕਿ ਜੰਗ ਕਰਨ ਦਾ ਖਿਆਲ ਤਿਆਗ ਦੇਵੇ। ਜੋ ਉੱਥੇ ਮਹਾਂਪੁਰਖ ਆਏ ਨੇ, ਸਤਿਪੁਰਖ ਆਏ ਨੇ, ਉਹਨਾਂ ਦੇ ਕੋਲ ਜਾਵੇ, ਉਹਨਾਂ ਦੇ ਅਨੁਸਾਰ ਹੋ ਕੇ ਚੱਲੇ। ਰਾਜੇ ਦੇ ਰਾਜ ਨੂੰ ਵੀ ਕੋਈ ਫਿਕਰ ਨਹੀਂ ਹੋਵੇਗਾ, ਜਿਸ ਤਰ੍ਹਾਂ ਉਹ ਕਹਿਣ ਉਹ ਬਚਨ ਮੰਨੇ। ਤੋ ਉਹ ਬਹੁਤ ਕਲਾਵਾਨ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਨੇ। ਉਹਨਾਂ ਦੇ ਅੱਗੇ ਕਿਸੇ ਦੇਵੀ ਦੇਵਤੇ ਦਾ ਜ਼ੋਰ ਨਹੀਂ ਚੱਲਦਾ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਤੋ ਇਹਨਾਂ ਸਾਖੀਆਂ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜਾ ਕਾ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਸ ਦਾ ਠਾਕੁਰ ਮਾਲਕ ਐਡਾ ਵੱਡਾ ਹੋਵੇ, ਜਿਸ ਦੇ ਚਰਨਾਂ 'ਤੇ 33 ਕਰੋੜ ਦੇਵਤੇ ਦੇਵੀਆਂ, ਸਿੱਧ ਪੀਰ ਨਾਥ ਸਭ ਮੱਥੇ ਟੇਕ ਰਹੇ ਨੇ, ਉਸ ਦਾ ਭਰੋਸਾ ਤਿਆਗ ਕੇ ਤੇ ਆਪਾਂ ਟਿੱਲੇ 'ਤੇ ਜਾ ਕੇ ਟਿੱਕੇ ਲਵਾਉਂਦੇ ਫਿਰੀਏ ਭਾਈ, ਢੋਲ ਵਜਾਉਂਦੇ ਫਿਰੀਏ ਜਾ ਕੇ ਸਰਵਰਾਂ 'ਤੇ। ਲਾਜ ਮਰੈ ਜੋ ਨਾਮ ਨਾ ਲੇਵੈ। ਤੋ ਨਾਮ ਤਰੀਕ ਐਸੇ ਸਿੱਖਾਂ ਨੂੰ ਲਾਜ ਆਉਣੀ ਚਾਹੀਦੀ ਹੈ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਾਸਾ। ਕਬੀਰ ਸੂਖ ਨਾ ਇਹ ਜੁਗ, ਕਰਹਿ ਜੋ ਬਹੁਤੇ ਮੀਤ। ਜੋ ਚਿਤ ਰਾਖੇ ਏਕ ਸਿਉ, ਤੇ ਸੁਖ ਪਾਵੇ ਨੀਤ। ਤੋ ਸਮਾਈ ਨੇ ਆ ਕੇ ਆਪਣੇ ਰਾਜੇ ਪੁੱਤਰ ਨੂੰ ਜਾ ਕੇ ਸਭ ਕੁਝ ਦੱਸਿਆ। ਰਾਜਾ ਤਿਆਰ ਹੋ ਰਿਹਾ ਹੈ। ਤੋ ਮਹਾਰਾਜ ਸਾਹਿਬ ਜੀ ਦੇ ਕੋਲ ਜਿਸ ਤਰ੍ਹਾਂ ਉਹ ਰਾਜਾ ਆਵੇਗਾ ਤੇ ਜਿਸ ਤਰੀਕੇ ਨਾਲ ਅੱਗੇ ਮਹਾਰਾਜ ਸਾਹਿਬ ਉਹਦੇ 'ਤੇ ਕਿਰਪਾ ਕਰਨਗੇ, ਉਹ ਕਥਾ ਆ ਰਹੀ ਹੈ, ਪ੍ਰਸੰਗ ਆ ਰਿਹਾ ਹੈ। ਆਓ ਸਰੋਤੇ ਸਤਸੰਗੀ ਜਨੋ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ।
ਇੱਕ ਵਾਰ ਸਾਰੇ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰ ਕਰੈ ਕਿਰਪਾ ਸੋ ਕਿਰਪਾਲੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਮਹਾਰਾਜ ਕਿਰਪਾ ਕਰਨ। ਸਗਰੇ ਬਿਘਨ ਬਿਨਾਸ਼ਨ ਵਾਲੇ। ਕਿਉਂਕਿ ਮਹਾਰਾਜ ਸਾਰੇ ਹੀ ਵਿਘਨਾਂ ਨੂੰ, ਵਿਪਤਾ ਨੂੰ, ਔਗਣਾਂ ਨੂੰ ਨਾਸ ਕਰ ਦੇਣ ਵਾਲੇ ਹਨ। ਨ੍ਰਿਪ ਜਨਨੀ ਦੇਵੀ ਤੇ ਸੁਨ ਕੈ। ਇਸ ਤਰੀਕੇ ਨਾਲ ਉਹ ਰਾਜੇ ਦੀ ਮਾਤਾ ਸੁਣ ਕਰਕੇ ਦੇਵੀ ਤੋਂ ਬੰਧਨ ਕਰੀ ਬਾਕ ਸਭ ਮਨ ਕੈ। ਮਨ ਕਰਕੇ ਉਸ ਦੇਵੀ ਦੇ ਬਚਨਾਂ ਨੂੰ, ਦੇਵੀ ਨੂੰ ਨਮਸਕਾਰ ਕੀਤੀ ਹੈ। ਉਠ ਕਰ ਮਹਿ ਪਾਲਕ ਢਿਗ ਆਈ। ਉੱਠ ਕਰਕੇ ਤੇ ਰਾਜੇ ਦੇ ਕੋਲ ਉਹ ਮਾਈ ਆਈ ਹੈ। ਸਕਲ ਵਾਰਤਾ ਕੋ ਸਮਝਾਈ। ਉਹ ਦੇਵੀ ਦੇ ਮੰਦਰ ਵਾਲੀ ਜੋ ਵੀ ਦੇਵੀ ਨੇ ਹੁਕਮ ਕਿਹਾ ਉਹ ਸਾਰੀ ਹੀ ਵਾਰਤਾ ਕਹੀ। ਸ੍ਰੀ ਨਾਨਕ ਪੁਰਸ਼ੋਤਮ ਆਏ। ਕਹਿਣ ਲੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਤਮ ਪੁਰਸ਼ ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਬਰਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਜਿਤਨੇ ਵੀ ਪੁਰਸ਼ ਨੇ ਸਾਰਿਆਂ ਦੇ ਸ਼੍ਰੋਮਣੀ ਮਹਾਨ ਪੁਰਖ ਸਤਿਗੁਰੂ ਨਾਨਕ ਸਾਹਿਬ ਜੀ ਵੀ ਇੱਥੇ ਆਏ। ਸਰਬ ਦੇਸ਼ ਸਿੱਖੀ ਬਿਤਰਾਏ। ਇਹ ਅਸਾਮ ਦਾ ਇਲਾਕਾ, ਕਾਮਰੂ ਦੇਸ਼ ਦਾ ਇਲਾਕਾ, ਥਾਂ ਪਰ ਥਾਂ ਤੇ ਧਰਮਸ਼ਾਲਾ ਬਣਾ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਘਰ ਘਰ ਅੰਦਰ ਧਰਮਸਾਲ ਤੋਂ ਸਿੱਖੀ ਦਾ ਵਿਸਥਾਰ ਕੀਤਾ। ਜੀਤੇ ਸਿੱਧ ਬਾਦ ਕੋ ਕਰੇ। ਜਿਸ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਮੇਰ ਪਰਬਤ ਤੇ ਜਾ ਕੇ ਜਿਹੜੇ ਝਗੜਾ ਕਰਨ ਵਾਲੇ, ਵਾਦ ਕਰਨ ਵਾਲੇ ਸਿੱਧ ਲੋਕ ਕਰਾਮਾਤੀ, ਉਹਨਾਂ ਦੇ ਉੱਪਰ ਵੀ ਜਿੱਤ ਪ੍ਰਾਪਤ ਕੀਤੀ। ਕੋਈ ਸ਼ਸਤਰਾਂ ਨਾਲ ਨਹੀਂ, ਕੋਈ ਹੋਰ ਤਰੀਕੇ ਨਾਲ ਨਹੀਂ, ਬਸ ਇਸੇ ਤਰ੍ਹਾਂ ਬਚਨ ਕਹਿ ਕੇ ਬਾਣੀ ਦੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਕਲਯੁਗ ਨਾਨਕ ਨਾਮ ਸੁਖਾਲਾ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ ਸਿੱਧਾਂ ਨੂੰ ਜਿੱਤ ਕੇ ਆਪਣਾ ਪੰਥ ਨਿਆਰਾ ਰੱਖਿਆ। ਇਹ ਨਹੀਂ ਕਿ ਸਿੱਧਾਂ ਨੂੰ ਜਿੱਤ ਕੇ ਉਹਨਾਂ ਦੇ ਮੁਖੀ ਬਣ ਕੇ ਉਹਨਾਂ ਵਿੱਚ ਬਹਿ ਗਏ, ਕੰਨ ਪਾਟੇ ਜੋਗੀ ਬਣ ਕੇ ਬੋਤੀਆਂ ਰੱਖ ਲਈਆਂ। ਨਹੀਂ, ਆਪਣਾ ਜਿਹੜਾ ਗੁਰਸਿੱਖੀ ਦਾ ਪੰਥ ਹੈ ਨਾ ਉਹ ਨਿਆਰਾ ਰੱਖਿਆ, ਸਾਧ ਸੰਗਤ ਜੀ ਨਿਰਾਲਾ ਰੱਖਿਆ। ਤੋ ਇਸ ਪ੍ਰਕਾਰ ਇਹਨਾਂ ਕਰਾਮਾਤੀਆਂ ਤੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿੱਤ ਪਾਈ। ਅਪਰ ਅਜ਼ਮਤੀ ਕੇ ਮਦ ਹਰੇ। ਹੋਰ ਵੀ ਜਿੰਨੇ ਧਰਤੀ ਤੇ ਕਰਾਮਾਤੀ ਹੋਏ, ਹੰਕਾਰੀ ਹੋਏ, ਪੀਰ ਫਕੀਰ, ਬਗਦਾਦ ਆਦਿਕ ਤੋਂ ਮੁਲਤਾਨ ਆਦਿਕ ਦੇ ਜਾਂ ਇੱਧਰ ਮਦੀਨੇ ਆਦਿਕ ਦੇ, ਸਾਰਿਆਂ ਨੂੰ ਮਹਾਰਾਜ ਜੀ ਨੇ ਹਾਰ ਦਿੱਤੀ। ਸਾਰੇ ਹੀ ਸਤਿਗੁਰਾਂ ਦੇ ਅੱਗੇ ਹਾਰ ਗਏ, ਹੰਕਾਰ ਸਾਰਿਆਂ ਨੇ ਛੱਡ ਦਿੱਤਾ। ਜਿਵੇਂ ਭਾਈ ਸਾਹਿਬ ਕਹਿੰਦੇ ਨੇ ਗੜ੍ਹ ਬਗਦਾਦ ਨਿਵਾਇਕ ਹੈ, ਮੱਕਾ ਮਦੀਨਾ ਆਣ ਨਿਵਾਇਆ, ਸਿੱਧ 84 ਹੀ ਮੰਡਲੀ ਖਟ ਦਰਸ਼ਨ ਪਾਖੰਡ ਜਨਾਇਆ। ਜਿਨ ਕੀ ਸਮਤਾ ਕਰੀ ਨਾ ਕਾਹੂ। ਜਿਸ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਰਾਬਰੀ ਕੋਈ ਵੀ ਤਿੰਨਾਂ ਲੋਕਾਂ ਵਿੱਚ, ਸਾਰੀ ਕਾਇਨਾਤ ਸ੍ਰਿਸ਼ਟੀ ਵਿੱਚ ਨਹੀਂ ਕਰ ਸਕਦਾ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਮੰਡ, ਗੁਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਵਿਚਰੇ ਅਖਿਲ ਜਗਤ ਕੇ ਮਾਹੂ। ਸਾਰੇ ਜਗਤ ਦੇ ਵਿੱਚ ਮਹਾਰਾਜ ਜੀ ਵਿਚਰੇ ਹਨ। ਤਿਸ ਗਾਦੀ ਗੁਰ ਤੇਗ ਬਹਾਦਰ। ਸੋ ਉਸੇ ਹੀ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ ਇਸ ਵੇਲੇ ਸਭਾਏਮਾਨ ਹਨ। ਨਾਵੇਂ ਸਤਿਗੁਰੂ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਬੇਚਨ ਸਿੰਘ ਕਰ ਬਿਨਤੀ ਸਾਦਰ। ਜਿਹੜਾ ਬਿਸ਼ਨ ਸਿੰਘ ਜੋਧਪੁਰ ਦਾ ਰਾਜਾ ਹੈ, ਇਹਨੇ ਸਤਿਕਾਰ ਸਹਿਤ ਬੇਨਤੀ ਕਰਕੇ ਆਪਣੇ ਸੰਗ ਤਿਨੋਂ ਕੋ ਆਨਾ। ਆਪਣੀ ਸਹਾਇਤਾ ਵਾਸਤੇ ਆਪਣੇ ਨਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲਿਆਂਦਾ ਹੈ। ਜਿਸ ਤੇ ਹਮਰੋ ਬਲ ਸਭ ਹਾਨਾ। ਜਿਸ ਕਰਕੇ ਪੁੱਤਰ ਮਾਈ ਆਪਣੇ ਪੁੱਤਰ ਰਾਜੇ ਨੂੰ ਕਹਿ ਰਹੀ, ਸਾਡਾ ਬਲ ਕੋਈ ਨਹੀਂ ਚੱਲ ਰਿਹਾ, ਜੰਤਰਾ ਮੰਤਰਾ ਜਾਦੂ ਦਾ ਸਭ ਨਾਸ ਹੋਇਆ ਹੈ। ਤਿਨਹੂ ਬਸਤਰ ਸ਼ਾਸਤਰ ਮੰਗਵਾਏ। ਉਹਨਾਂ ਨੇ ਹੀ ਤੋ ਜੰਗ ਨੂੰ ਟਾਲਣ ਦੇ ਵਾਸਤੇ ਜਿਹੜੇ ਤੁਹਾਡੇ ਬਸਤਰ ਨੇ, ਸ਼ਸਤਰ ਨੇ, ਇਹ ਮੰਗਵਾਏ ਹਨ। ਤੇ ਜਿਹੜਾ ਇਹ ਸ਼ੰਕਾ ਹੈ ਕਿ ਇੰਨੇ ਪਹਿਰੇ ਦੇ ਵਿੱਚ ਕੋਈ ਲੈ ਕਿਸ ਤਰ੍ਹਾਂ ਗਿਆ। ਸਾਧ ਸੰਗਤ ਜੀ, ਜਿਹੜੀਆਂ 18 ਸਿੱਧੀਆਂ ਹੁੰਦੀਆਂ ਨੇ, ਉਹਨਾਂ ਵਿੱਚ ਇੱਕ ਸਿੱਧੀ ਹੈ, ਉਹ ਮੰਤਰ ਪੜ੍ਹ ਕਰਕੇ ਉਹਦਾ ਅਭਿਆਸ ਕੀਤਾ ਜਾਵੇ ਤਾਂ ਦੂਸਰੇ ਨੂੰ ਬੰਦਾ ਦੇਖ ਸਕਦਾ ਹੈ, ਪਰ ਆਪ ਨਹੀਂ ਦਿਸਦਾ। ਅਣਮਾ ਗਰਮਾ ਲਗਮਾ ਪ੍ਰਾਪਤ ਵਸੀਕਰਨ ਪੁਨ ਈਖਤਾ, ਇਸ ਤਰ੍ਹਾਂ ਦੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਇਹਨਾਂ ਦੇ ਵਿੱਚ ਗੁਪਤ ਹੋ ਕੇ ਚੱਲਣਾ, ਦੂਸਰੇ ਨੂੰ ਦੇਖ ਲੈਣਾ, ਪਰ ਆਪ ਨਾ ਦਿਖਾਈ ਦੇਣਾ। ਤੇ ਮੇਰੇ ਸਤਿਗੁਰਾਂ ਦੇ ਤਾਂ ਸਭ ਕੁਝ ਵੱਸ ਦੇ ਵਿੱਚ ਹੈ। ਫਿਰ ਹਜ਼ੂਰ ਨੇ ਕੋਈ ਆਪਣੇ ਮਤਲਬ ਦੇ ਵਾਸਤੇ ਨਹੀਂ ਇਹ ਚੀਜ਼ਾਂ ਮੰਗਾਈਆਂ, ਇੱਕ ਯੁੱਧ ਨੂੰ ਟਾਲਣ ਵਾਸਤੇ, ਕਿਉਂਕਿ ਰਾਜਾ ਤਿਆਰੀ ਕਰੀ ਬੈਠਾ ਜੰਗ ਕਰਨ ਦੀ, ਤੇ ਮਹਾਰਾਜ ਨਹੀਂ ਚਾਹੁੰਦੇ ਕਿ ਇਹਨਾਂ ਦੋਨਾਂ ਰਾਜਿਆਂ ਦੇ ਵਿੱਚ ਜੰਗ ਹੋਵੇ, ਯੁੱਧ ਹੋਵੇ, ਦੋਨਾਂ ਵਿੱਚੋਂ ਕਿਸੇ ਦਾ ਨੁਕਸਾਨ ਹੋਵੇ। ਤੋ ਇਸ ਕਰਕੇ ਮਹਾਰਾਜ ਜੀ ਨੇ ਕੌਤਕ ਵਰਤਿਆ ਹੈ। ਮਿਲਨ ਹੇਤ ਦੇਵੀ ਫੁਰਮਾਏ। ਸੋ ਇਸ ਤਰੀਕੇ ਦੇ ਨਾਲ ਮਿਲਣ ਦੇ ਵਾਸਤੇ ਮਹਾਰਾਜ ਜੀ ਦੇ ਨਾਲ ਇਹ ਕੁਝ ਕੌਤਕ ਕੀਤਾ ਹੈ। ਕਿਰਪਾ ਕਰਨਗੇ ਸ਼ਰਨੀ ਪਰੋ। ਕਹਿਣ ਲੱਗੇ ਕਿ ਰਾਜਨ ਮਹਾਰਾਜ ਕਿਰਪਾ ਕਰਨਗੇ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਪੈ ਜਾਓ। ਅਵ ਚਲ ਰਾਜ ਆਪਨੋ ਕਰੋ। ਆਪਣਾ ਜਿਹੜਾ ਰਾਜ ਹੈ ਨਾ, ਇਹ ਅਬਚਲ ਰਾਜ ਹੈ, ਰਹੇਗਾ ਤੁਹਾਡਾ, ਕੋਈ ਨਹੀਂ ਖੋ ਸਕੇਗਾ। ਇਵੇਂ ਹੀ ਅਚਲ ਰਾਜ ਰਹੇਗਾ, ਉਹਨੂੰ ਕਰਨਾ ਕਰਿਓ। ਸੁਨ ਆਇਸ ਕਾ ਮਖਿਆ ਕੇਰੀ। ਇਸ ਤਰ੍ਹਾਂ ਆਗਿਆ ਸੁਣ ਕਰਕੇ ਮਾਤਾ ਦੇ ਕੋਲੋਂ ਇਸ ਦੇਵੀ ਦੀ ਤਿਆਰੀ ਕਰ ਮਹਿਪਾਲ ਕਨੇਰੀ। ਰਾਜੇ ਨੇ ਭਾਰੀ ਆਪਣੇ ਸਿਪਾਹੀਆਂ ਦੇ ਨਾਲ, ਮੰਤਰੀਆਂ ਨਾਲ ਤਿਆਰੀ ਕੀਤੀ ਹੈ। ਸਕਲ ਕੁਟੰਬ ਸੰਗ ਨਿਜ ਲੀਨ। ਆਪਣਾ ਸਾਰਾ ਪਰਿਵਾਰ ਨਾਲ ਲੈ ਲੈਣਾ ਕੀਤਾ। ਗਮਨਿਓ ਤਬ ਮਹਿਪਾਲ ਪਰਬੀਨ। ਸਿਆਣਾ ਹੈ ਇਹ ਚਤੁਰ ਜਿਹੜਾ ਰਾਜਾ ਹੈ, ਚੱਲਿਆ ਹੈ। ਪਹੁੰਚਿਓ ਬ੍ਰਹਮ ਪੁੱਤਰ ਤਟ ਜਾਈ। ਜਾ ਕਰਕੇ ਬ੍ਰਹਮ ਪੁੱਤਰ ਨਦੀ ਦੇ ਕੰਢੇ ਤੇ ਪਹੁੰਚਿਆ। ਸੁੰਦਰ ਦ੍ਰਿੜ ਨੌਕਾ ਮੰਗਵਾਈ। ਸੋਹਣੀ ਸਾਫ ਜਿਹੜੀ ਪੱਕੀ ਬੇੜੀ ਹੈ ਉਹ ਮੰਗਾਈ ਹੈ। ਭਇਓ ਅਰੂਢਨ ਜਲ ਪਰ ਚਲੀ। ਸੋ ਅਰੂਢਾ ਸਵਾਰ ਹੋਇਆ, ਜਲ ਦੇ ਉੱਪਰ ਇਹ ਨੌਕਾ ਚੱਲੀ ਹੈ। ਮਹਿਪਤ ਲਏ ਉਪਾਇ ਨ ਭਲੀ। ਰਾਜਾ ਜਿਹੜਾ ਹੈ ਬਹੁਤ ਸਾਰੀਆਂ ਉਹਨੇ ਨਾਲ ਸੋਹਣੀਆਂ ਜਿਹੜੀਆਂ ਭੇਟਾਵਾਂ ਲਈਆਂ ਹਨ। ਦਿਵਸ ਬਤੀਤਿਓ ਉਤਰਤ ਪਾਰ। ਇਸ ਤਰ੍ਹਾਂ ਬਿਨਾਂ ਦੇਰੀ ਤੋਂ ਛੇਤੀ ਹੀ ਪਾਰ ਉਤਰ ਗਏ। ਪਹੁੰਚਿਓ ਸੰਧਿਆ ਸਮੈ ਉਰਾਰ। ਪਾਰ ਕਰਕੇ ਦਿਨ ਦੇ ਪਿਛਲੇ ਪਹਿਰ ਪਹੁੰਚਿਆ ਹੈ, ਜਾ ਕਰਕੇ ਪਾਰ ਦੇ ਕਿਨਾਰੇ ਤੇ। ਊਚ ਦਮਦਮੇ ਗੁਰੂ ਬਿਰਾਜੇ। ਸੰਧਿਆ ਦੇ ਵੇਲੇ ਪਹੁੰਚਿਆ ਜਾ ਕੇ ਜਿੱਥੇ ਮਹਾਰਾਜ ਜੀ ਦਮਦਮਾ ਸਾਹਿਬ ਅਸਥਾਨ ਹੈ, ਉੱਥੇ ਅੱਜ ਕੱਲ੍ਹ ਬਣਿਆ ਹੋਇਆ, ਜਿੱਥੇ ਸੋਹਣੇ ਥੜੇ ਦੇ ਉੱਪਰ ਮਹਾਰਾਜ ਸੁਭਾਏਮਾਨ ਹਨ। ਲਸ਼ਕਰ ਨਿਕਟ ਸੁਨਤ ਬਜ ਬਾਜੇ। ਮਹਾਰਾਜ ਸਾਹਿਬ ਜੀ ਦੇ ਕੋਲ ਇਹਨਾਂ ਦੇ ਵਜਾਏ ਵਾਜੇ ਜਿਹੜੇ ਫੌਜ ਦੇ ਨੇ ਉਹ ਸੁਣ ਰਹੇ ਹਨ, ਸਾਰਿਆਂ ਦੇ ਵਿੱਚ ਡੇਰੇ ਵਿੱਚ। ਦੋਹਰਾ ਉਤਰ ਨੇਸ਼ਵਰ ਤਰੀ ਤੇ। ਇਹ ਜਿਹੜਾ ਰਾਜਾ ਹੈ
ਬੇੜੀ ਤੋਂ ਉਤਰ ਕੇ ਆਗੇ ਕਰੇ ਅਕੋਰ। ਆਪਣੇ ਹੱਥਾਂ ਦੇ ਵਿੱਚ ਜਾਂ ਆਪਣੇ ਜਿਹੜੇ ਸੇਵਕ ਨੇ ਉਹਨਾਂ ਨੂੰ ਭੇਟਾਵਾਂ ਪਕੜਾਈਆਂ ਹਨ। ਨਗਨ ਚਰਨ ਤੇ ਗਮਨ ਕਰ। ਭੇਟਾਵਾਂ ਵਾਲੇ ਅੱਗੇ ਲਾਏ ਨੇ ਤੇ ਨੰਗੇ ਪੈਰੀ ਹੀ ਮਹਾਰਾਜ ਸਾਹਿਬ ਜੀ ਦੇ ਵੱਲ ਚੱਲਿਆ ਹੈ। ਸਭ ਕੁਟੰਬ ਕਰ ਜੋਰ। ਸਾਰਾ ਪਰਿਵਾਰ ਨੰਗੇ ਪੈਰੀ ਹੀ ਹਜੂਰ ਦੇ ਵੱਲ ਹੱਥ ਜੋੜ ਕੇ ਚੱਲਿਆ ਹੈ। ਚੌਪਈ ਸ਼ਰਧਾ ਕਰੇ ਭਾਉ ਉਰ ਧਾਰਾ। ਬੜਾ ਪ੍ਰੇਮ ਧਾਰਿਆ ਸਰਧਾ ਦੇ ਸਹਿਤ ਰਾਜੇ ਨੇ। ਸ੍ਰੀ ਸਤਿਗੁਰ ਕੇ ਨਿਕਟ ਪਧਾਰਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਲ ਨੇੜੇ ਜਾ ਰਿਹਾ ਹੈ। ਸ਼ਰਨ ਸ਼ਰਨ ਕਰ ਪਰਿਓ ਅਗਾਰੀ। ਮਹਾਰਾਜ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਸ਼ਰਨ ਸ਼ਰਨ ਕਰ ਆਏ। ਇਸ ਤਰ੍ਹਾਂ ਬੇਨਤੀ ਕਰਦਾ ਹੋਇਆ ਮਹਾਰਾਜ ਜੀ ਦੇ ਚਰਨਾਂ ਤੇ ਪਿਆ। ਪਦ ਅਰਬਿੰਦ ਬੰਦਨਾ ਧਾਰੀ। ਸ਼ਰਨ ਪ੍ਰਾਪਤ ਤੋਰੀਅੰ ਉਬਾਰ ਲਾਜ ਮੋਰੀਅੰ। ਜੋ ਫੁੱਲ ਅਰਪਣ ਕਰਕੇ ਨਮਸਕਾਰ ਕੀਤੀ ਚਰਨਾਂ ਕਮਲਾਂ ਤੇ। ਦੇਸ਼ ਕਾਮਰੂ ਕੋ ਮੈਂ ਰਾਜਾ। ਮਹਾਰਾਜ ਤੁਹਾਡੀ ਕਿਰਪਾ ਨਾਲ ਕਾਮਰੂ ਦੇਸ਼ ਦਾ ਰਾਜਾ ਹਾਂ ਮੈਂ। ਤੁਮ ਟਿਕ ਆਇਓ ਤਿਆਗ ਸਮਾਜਾ। ਸਾਰਾ ਸਮਾਜ ਸਾਰੇ ਆਸਰੇ ਛੱਡ ਕੇ ਤੁਹਾਡੇ ਪਾਸ ਆਇਆ ਹਾਂ। ਹਿੰਦੂਆਂ ਕੇ ਅਲੰਬ ਤੁਮ ਅਹੋ। ਮਹਾਰਾਜ ਮੈਂ ਸੁਣਿਆ ਹੈ ਤੁਸੀਂ ਹਿੰਦੁਸਤਾਨ ਦੇ ਹਿੰਦੂਆਂ ਦੇ ਆਸਰਾ ਹੋ। ਦਾਸਨ ਬ੍ਰਿੰਦ ਸਹਾਇਕ ਰਹੋ। ਆਪਣੇ ਦਾਸਾਂ ਦੇ ਸੇਵਕਾਂ ਦੇ ਸਦਾ ਹੀ ਸਹਾਇਕ ਰਹਿੰਦੇ ਹੋ ਤੇ ਮੇਰੇ ਵੀ ਸਦਾ ਸਹਾਇਕ ਰਹੋ। ਆਪਣਾ ਜਾਨ ਮੁਝੇ ਪ੍ਰਤ ਪਰੀਐ। ਦੇਵੀ ਕੀ ਆਇਸ ਕੇ ਸਾਥ। ਦੇਵੀ ਦੀ ਆਗਿਆ ਮੰਨ ਕਰਕੇ ਆਏ ਸ਼ਰਨ ਤਿਹਾਰੀ ਨਾਥ। ਇਹ ਸਤਿਗੁਰੂ ਮਾਲਕ ਮਹਾਰਾਜ ਤੁਹਾਡੀ ਸ਼ਰਨ ਵਿੱਚ ਆਏ ਹਾਂ। ਜਿਉ ਭਾਵੈ ਤਿਉ ਕੀਜੈ ਅਬੈ। ਜਿਸ ਤਰ੍ਹਾਂ ਵੀ ਭਾਉਂਦਾ ਹੈ ਨਾ ਤੁਹਾਨੂੰ ਉਸੇ ਤਰ੍ਹਾਂ ਹੀ ਮਹਾਰਾਜ ਸਾਨੂੰ ਰੱਖਣਾ ਕਰੋ। ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਿਆ। ਤੁਮ ਆਗਿਆ ਅਨੁਸਾਰੀ ਸਭੈ। ਅਸੀਂ ਸਾਰੇ ਤੁਹਾਡੇ ਹੁਕਮ ਦੇ ਅਨੁਸਾਰ ਅਧੀਨ ਹਾਂ। ਤਉ ਏਕ ਸੁਣੀਐ ਗੁਰ ਸੁਆਮੀ। ਹੇ ਮਾਲਕ ਸਤਿਗੁਰੂ ਤਾਂ ਵੀ ਇੱਕ ਬੇਨਤੀ ਕਰਨੀ ਮੇਰੀ ਬਣਦੀ ਹੈ। ਸਭ ਬਿਦ ਸਮਰੱਥ ਅੰਤਰ ਜਾਮੀ। ਸਗਲ ਘਟਾ ਕੇ ਅੰਤਰ ਜਾਮੀ ਸਤਿਗੁਰੂ ਤੁਸੀਂ ਸਭ ਤਰ੍ਹਾਂ ਕਰਕੇ ਜਾਣੀ ਜਾਣ ਹੋ। ਹਮ ਹਿੰਦੂ ਗੁਰ ਕੇ ਸਿੱਖ ਅਹੈ। ਅਸੀਂ ਮਹਾਰਾਜ ਹਿੰਦੂ ਧਰਮ ਵਾਲੇ ਹਾਂ ਤੇ ਗੁਰੂ ਘਰ ਦੇ ਪ੍ਰੇਮੀ ਹਾਂ। ਗੁਰਸਿੱਖ ਕਦੇ ਵੀ ਦੇਵੀਆਂ ਨੂੰ ਨਹੀਂ ਪੂਜਦਾ। ਸਿੱਖ ਦਾ ਮਤਲਬ ਇੱਥੇ ਪ੍ਰੇਮੀ ਹੈ ਸਾਧ ਸੰਗਤ ਜੀ। ਪ੍ਰੇਮੀ ਕੋਈ ਵੀ ਹੋ ਸਕਦਾ। ਪੀਰ ਬੁੱਧੂ ਸਾਹਿਬ ਵਰਗੇ ਵੀ ਹੋ ਸਕਦੇ ਨੇ। ਸ਼ਿਵ ਦੱਤ ਪੰਡਤ ਵਰਗੇ ਵੀ ਹੋ ਸਕਦੇ ਨੇ। ਜਿਹੜਾ ਸਿੱਖ ਹੈ ਉਹ ਕਦੇ ਆਪਣੇ ਧਰਮ ਤੋਂ ਡੋਲਦਾ ਨਹੀਂ। ਉਹ ਦ੍ਰਿੜਤਾ ਦੇ ਨਾਲ ਸਿੱਖੀ ਵਿੱਚ ਪ੍ਰਪੱਕ ਹੁੰਦਾ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਨਦਰੀ ਕਰਮ ਲੰਘਾਏ ਪਾਰ। ਗੁਰ ਸਿੱਖ ਲੈ ਗੁਰ ਸਿੱਖ ਹੋਏ। ਗੁਰ ਦੀਖਿਆ ਲੈ ਸਿੱਖ ਸਦਾਇਆ। ਭਾਈ ਗੁਰਦਾਸ ਸਾਹਿਬ ਦੱਸਦੇ ਨੇ ਸਿੱਖ ਕੌਣ ਹੈ। ਪਹਿਲਾਂ ਗੁਰੂ ਦੀ ਸਿੱਖਿਆ ਨੂੰ ਜਿਹੜਾ ਸੁਣਦਾ ਹੈ ਤੇ ਫਿਰ ਸਿੱਖਿਆ ਸੁਣ ਕਰਕੇ ਦੀਖਿਆ ਲੈਂਦਾ ਹੈ। ਭਾਵ ਅੰਮ੍ਰਿਤ ਪ੍ਰਾਪਤ ਕਰਦਾ ਹੈ ਤੇ ਫਿਰ ਰਹਿਤ ਨੂੰ ਰੱਖਦਾ ਹੈ। ਉਹ ਆਪਣੇ ਆਪ ਨੂੰ ਸਿੱਖ ਸਦਾਉਣ ਦਾ ਹੱਕਦਾਰ ਹੈ। ਜਿਹੜਾ ਹੁਕਮ ਨਹੀਂ ਮੰਨਦਾ ਉਹ ਸਿੱਖ ਸਦਾਉਣ ਦਾ ਹੱਕਦਾਰ ਨਹੀਂ ਹੋ ਸਕਦਾ। ਪ੍ਰੇਮੀ ਤਾਂ ਅਖਵਾ ਸਕਦਾ ਹੈ ਪਰ ਸਿੱਖ ਉਹ ਹੈ ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ। ਸਗਰੋ ਦੇਸ਼ ਮਾਨ ਤੋ ਰਹਿ। ਮਹਾਰਾਜ ਸਾਡਾ ਸਾਰਾ ਦੇਸ਼ ਧੰਨ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਤੁਹਾਡੀ ਪੂਜਾ ਕਰਦਾ ਰਹਿੰਦਾ ਹੈ। ਅਬ ਤੁਰ ਕੇ ਸ਼ੁਰ ਕੇ ਬਸ ਮਾਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਤੁਰਕਵੇਸ਼ਵਰ ਨਰੰਗਾ ਔਰੰਗਜ਼ੇਬ ਜਿਹੜਾ ਉਹਦੇ ਵਸ ਦੇ ਵਿੱਚ। ਗੇਰੋ ਹਮੈ ਜੋਗਤਾ ਨਾਹੀ। ਸਾਨੂੰ ਨਰੰਗੇ ਦੇ ਪੈਰਾਂ ਤੇ ਪਾਓਗੇ ਮਹਾਰਾਜ। ਉਹਦੇ ਅਧੀਨ ਕਰੋਗੇ। ਉਹਦਾ ਗੁਲਾਮ ਬਣਾਓਗੇ।
ਇਹ ਚੰਗੀ ਗੱਲ ਜੋਗ ਨਹੀਂ ਹੈ। ਉਚਿਤ ਸਹਾਇਕ ਹੋਵਨ ਹਮਰੇ, ਤੁਹਾਨੂੰ ਤਾਂ ਸਾਡੇ ਸਹਾਇਕ ਬਣਨਾ ਯੋਗ ਹੈ। ਹਿੰਦੂ ਸਭ ਅਲੰਭ ਹੈ ਤੁਮਰੇ, ਕਿਉਂਕਿ ਸਾਰੇ ਹੀ ਹਿੰਦੂ ਲੋਕ ਤੁਹਾਡੇ ਹੀ ਆਸਰੇ ਹਨ। ਤੋ ਸਾਰੇ ਤਾਂ ਨਹੀਂ ਆਸਰੇ ਮਹਾਰਾਜ ਦੇ ਹੋ ਸਕਦੇ, ਹਾਂ ਵਿੱਚ ਬਿਰਲੇ ਹੁੰਦੇ ਨੇ ਸਾਧ ਸੰਗਤ ਜੀ। ਨਹੀਂ ਤਾਂ ਚੰਦੂ ਵਰਗਿਆਂ ਨੇ ਸਤਿਗੁਰਾਂ ਨੂੰ ਤੱਤੀਆਂ ਤਵੀਆਂ ਤੇ ਵੀ ਬਿਠਾਇਆ। ਔਰ ਇੱਧਰ ਜਿਹੜੇ ਪਹਾੜੀ ਰਾਜੇ ਸਨ ਮਹਾਰਾਜ ਦੇ ਉੱਪਰ ਚੜ੍ਹਾਈਆਂ ਕਰ ਕਰਕੇ ਵੀ ਆਏ। ਤੋ ਇਸ ਕਰਕੇ ਕਹਿ ਰਿਹਾ ਹੈ ਕਿ ਇੱਧਰ ਦਾ ਜਿਹੜਾ ਇਲਾਕਾ ਹੈ ਗੁਰੂ ਨਾਨਕ ਸਾਹਿਬ ਨੇ ਨਿਵਾਜਿਆ ਹੈ। ਤੋ ਧਰਮਸ਼ਾਲਾ ਬਣਾਈਆਂ ਨੇ, ਅਸੀਂ ਸਾਰੇ ਹੀ ਇੱਧਰ ਵਾਲੇ ਤੁਹਾਡੇ ਆਸਰੇ ਹਾਂ ਮਹਾਰਾਜ ਜੀ। ਸੁਨ ਬੇਨਤੀ ਗੁਰ ਭਾਏ ਕਿਰਪਾਲ, ਕਿਰਪਾਲੂ ਹੋਏ ਬੇਨਤੀ ਸੁਣ ਕਰਕੇ ਰਾਜੇ ਦੀ ਹਜੂਰ। ਲੈ ਦਸਤਾਰ ਆਪ ਕਰ ਨਾਲ, ਉਹ ਜਿਹੜੀ ਦਸਤਾਰ ਪੱਗ ਰਾਤ ਦੇ ਸਮੇਂ ਮਹਾਰਾਜ ਨੇ ਮੰਗਵਾਈ ਸੀ ਨਾ ਚੌਂਕੀ ਤੇ ਪਈ ਹੋਈ, ਉਹ ਹੱਥ ਵਿੱਚ ਪਕੜੀ ਹੈ ਆਪਣੇ। ਨ੍ਰਿਪ ਕੇ ਸੀਸ ਧਰੀ ਜਿਸ ਕਾਲਾ, ਮਹਾਰਾਜ ਜੀ ਨੇ ਆਪਣੇ ਪਾਵਨ ਕਰ ਕਮਲਾਂ ਦੇ ਨਾਲ ਰਾਜੇ ਦੇ ਸਿਰ ਤੇ ਉਹ ਸਜਾ ਦਿੱਤੀ ਜਿਹੜੀ ਪਗੜੀ ਹੈ। ਜਾਗੇ ਜਿਸ ਕੇ ਭਾਗ ਵਿਸਾਲਾ, ਜਿਸ ਰਾਜੇ ਦੇ ਬਹੁਤੇ ਵੱਡੇ ਭਾਗ ਜਾਗੇ ਹਨ। ਮੋਹ ਭਰਮ ਕੇ ਜਟਤ ਕਪਾਟ, ਕਵੀ ਕਹਿੰਦੇ ਨੇ ਜਿਹੜੇ ਮੋਹ ਤੇ ਭਰਮ ਦੇ ਪਰਦੇ ਪਏ ਹੋਏ ਸਨ, ਆਸ ਅੰਦੇਸਾ ਦੋਏ ਪੱਟ ਜੜੇ। ਤੋ ਇਹ ਪੈਖਰ ਪਏ ਪੈਰਾ, ਭਰਮ ਮੋਹ ਕਛ ਸੂਝਸ ਨਾਹੀ, ਇਹ ਪੈਖਰ ਪਏ ਪੈਰਾ। ਇਸ ਤਰ੍ਹਾਂ ਦੇ ਪੈਖਰ ਪੜਦੇ ਕਪਾਟ ਜਿਨ੍ਹਾਂ ਕਰਕੇ ਰੱਬ ਨਹੀਂ ਦਿਸਦਾ, ਬੰਦਾ ਨਾਸਤਕ ਬਣਦਾ ਹੈ, ਤਰਕਸ਼ੀਲਾਂ ਵਾਲੀਆਂ ਗੱਲਾਂ ਕਰਦਾ ਹੈ। ਤੋ ਉਹ ਜਿਹੜੇ ਪੜਦੇ ਸਨ ਬੱਜਰ ਕਪਾਟ ਖੁਲਾਵਣਿਆ, ਉਹ ਬੱਜਰ ਕਪਾਟ ਮਹਾਰਾਜ ਜੀ ਨੇ ਖੋਲ ਦਿੱਤੇ। ਛੋਟਕ ਗਏ ਪਾ ਔਰ ਠਾਟ, ਬਚਨ ਆਉਂਦੇ ਨਾ ਮਾਰੂ ਕੀ ਵਾਰ ਦੇ ਵਿੱਚ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ। ਜਦੋਂ ਸਤਿਗੁਰਾਂ ਦੇ ਨਾਲ ਮਨ ਮਿਲ ਜਾਂਦਾ ਹੈ ਨਾ, ਇੱਕ ਮਿਕ ਹੋ ਜਾਂਦਾ, ਕਪਾਟ ਖੁੱਲ ਜਾਂਦੇ ਨੇ ਉਸ ਵੇਲੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਠਾਠ ਹੀ ਹੋਰ ਬਣ ਗਿਆ, ਭਾਵ ਕਿ ਹੋਰ ਹੀ ਆਨੰਦ, ਹੋਰ ਹੀ ਰਸ ਅੰਦਰ ਬਣ ਗਿਆ ਇਸ ਦੇ। ਉਹਨਾਂ ਦੁਪੱਟਾ ਸੁੰਦਰ ਤਹਿ ਦਇਓ, ਉਹ ਜਿਹੜਾ ਦਸਾਲਾ ਸੀ ਇਹਦਾ ਫਿਰ ਮਹਾਰਾਜ ਜੀ ਨੇ ਉਹ ਵੀ ਇਸ ਨੂੰ ਦੇ ਦੇਣਾ ਕੀਤਾ। ਕਰਨਾ ਧਾਰ ਨਿਹਾਲ ਸੁਕਿਓ, ਕਿਰਪਾ ਧਾਰ ਕੇ ਹਜੂਰ ਨੇ ਇਸ ਰਾਜੇ ਨੂੰ ਨਿਹਾਲ ਕਰ ਦਿੱਤਾ। ਖੰਜਰ ਸ਼ਾਸਤਰ ਨਹੀਂ ਇੱਕ ਦੀਨ, ਇੱਕ ਜਿਹੜਾ ਹੀਰਿਆਂ ਵਿੱਚ ਜੜਤ ਕੀਤਾ ਹੋਇਆ, ਜਿਸ ਦੇ ਮੁੱਠੇ ਤੇ ਹੀਰੇ ਜੜਤ ਕੀਤੇ ਹੋਏ ਖੰਜਰ, ਉਹ ਨਹੀਂ ਮਹਾਰਾਜ ਨੇ ਇਹਦਾ ਇਸ ਨੂੰ ਦਿੱਤਾ। ਅੱਗੇ ਜਾ ਕੇ ਦੱਸਣਗੇ ਕਿਉਂ ਨਹੀਂ ਦਿੱਤਾ। ਸ਼੍ਰੀ ਪ੍ਰਭ ਨਿਜ ਟਿਕ ਰਾਖਨ ਕੀਨ, ਉਹ ਸਤਿਗੁਰੂ ਪ੍ਰਭੂ ਨੇ ਖੰਜਰ ਆਪਣੇ ਕੋਲ ਰੱਖ ਲੈਣਾ ਕੀਤਾ ਹੈ। ਓ ਭੂਪਤ ਤੁਮ ਭਾਖਿਓ ਜੈਸੇ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਹੇ ਰਾਜਨ ਜਿਵੇਂ ਤੁਸੀਂ ਕਿਹਾ ਹੈ, ਹਮ ਪੀ ਕਰਿਓ ਚਾਹਤ ਹੈ ਤੈਸੇ, ਅਸੀਂ ਵੀ ਉਸੇ ਤਰ੍ਹਾਂ ਹੀ ਕਰਨਾ ਚਾਹੁੰਦੇ ਹਾਂ। ਨਰੰਗੇ ਦਾ ਤੈਨੂੰ ਅਸੀਂ ਵੀ ਗੁਲਾਮ ਨਹੀਂ ਬਣਾਉਣਾ ਚਾਹੁੰਦੇ। ਹੋਏ ਨ ਚਿੰਤਾ ਚਿਤ ਮਹਿ ਕਰੀਐ, ਕਿਸੇ ਤਰ੍ਹਾਂ ਦੀ ਵੀ ਚਿੰਤਾ ਹੈ ਰਾਜਨ, ਤੂੰ ਆਪਣੇ ਚਿੱਤ ਵਿੱਚ ਨਾ ਵਿਚਾਰ। ਹਮਰੇ ਬਾਕਨ ਕੇ ਅਨਸਰੀਐ, ਜੋ ਅਸੀਂ ਕਹਾਂਗੇ ਨਾ ਬਚਨ ਕਹਾਂਗੇ, ਉਹਨਾਂ ਬਚਨਾਂ ਦੇ ਅਨੁਸਾਰ ਹੋ ਕੇ ਚੱਲ ਤੂੰ। ਦੋਹੇ ਦਿਸ਼ ਜੈਸੇ ਹੋਏ ਸੁਖੈਨ, ਦੋਵੇਂ ਪਾਸੇ ਇੱਧਰ ਦਾ ਰਾਜਾ ਵੀ ਤੇ ਤੂੰ ਵੀ ਕਾਮਰੂ ਦੇਸ਼ ਦਾ ਰਾਜਾ, ਦੋਵੇਂ ਹੀ ਸੁਖਾਲੇ ਹੋ ਜਾਣ, ਸੁਖ ਦੇ ਸਹਿਤ ਰਹਿਣ। ਦੇਸ਼ ਬਿਕੈ ਜਿਸ ਤੇ ਤੋਹਿ ਭੈ ਨਾ, ਜਿਸ ਕਰਕੇ ਤੈਨੂੰ ਵੀ ਆਪਣੇ ਦੇਸ਼ ਵਿੱਚ ਕੋਈ ਭੈ ਨਾ ਰਹੇ, ਡਰ ਨਾ ਹੋਵੇ, ਤੇ ਇੱਧਰ ਵੀ ਕੋਈ ਭੈ ਨਾ ਰਹੇ। ਕਰਾਮਾਤ ਦੀਰਘ ਕੋ ਦੇਖ, ਕਿਉਂਕਿ ਤੁਸੀਂ ਬੜੀਆਂ ਭਾਰੀ ਕਰਾਮਾਤਾਂ ਵਰਤ ਕੇ ਦੇਖ ਲਿਆ ਹੈ। ਸ਼ਰਧਾ ਧਾਰਤ ਹਰਖ ਵਿਸ਼ੇਖ, ਤੋ ਇਸ ਤਰ੍ਹਾਂ ਰਾਜਾ ਜਿਹੜਾ ਸੀ ਬਹੁਤ ਭਾਰੀ ਸ਼ਰਧਾ ਧਾਰ
ਕੇ ਸਤਿਗੁਰਾਂ ਦੇ ਬਚਨ ਸੁਣਨ ਲੱਗਾ। ਹਾਥ ਜੋੜ ਪੁਨ ਬਿਨਤੀ ਕਹੈ, ਹੱਥ ਜੋੜ ਕਰਕੇ ਫੇਰ ਬੇਨਤੀ ਕੀਤੀ ਹੈ। ਹਿੰਦੂ ਧਰਮ ਹਮਾਰੂ ਅਹੈ, ਮਹਾਰਾਜ ਸਾਡਾ ਧਰਮ ਜਿਹੜਾ ਹੈ ਹਿੰਦੂ ਧਰਮ ਹੈ ਮਹਾਰਾਜ ਜੀ, ਉਹ ਬ੍ਰਾਹਮਣਾਂ ਦਾ ਧਰਮ ਹੈ। ਕਰੋ ਸਹਾਇ ਦਾਸ ਕੀ ਐਸੀ, ਇਸ ਕਰਕੇ ਸਾਡੀ ਇਸ ਤਰ੍ਹਾਂ ਸਹਾਇਤਾ ਕਰੋ ਜੀ। ਨਹੀਂ ਤੁਰਕ ਕੋ ਦੇਖੈ ਕੈਸੇ, ਆਪਣੇ ਸੇਵਕ ਦੀ ਇਸ ਤਰ੍ਹਾਂ ਸਹਾਇਤਾ ਕਰੋ। ਮੈਂ ਤੁਰਕਾਂ ਨੂੰ ਦੇਖਣਾ ਨਹੀਂ ਚਾਹੁੰਦਾ, ਨਾ ਤੁਰਕਾਂ ਦੇ ਪਾਤਸ਼ਾਹ ਦੇ ਮੂੰਹ ਨੂੰ ਤੱਕਣਾ ਚਾਹੁੰਦਾ ਹਾਂ। ਜਮਨ ਸੰਗ ਤੇ ਹਾਨੈ ਧਰਮ, ਤੋ ਜਮਨ ਜਿਹੜਾ ਤੁਰਕਾਂ ਦਾ ਪਾਤਸ਼ਾਹ ਹੈ, ਤੁਰਕਾਂ ਨੂੰ ਜਮਨ ਕਿਹਾ ਜਾਂਦਾ ਹੈ। ਤੋ ਕਿਉਂ ਇਹਨਾਂ ਨੂੰ ਮਲੇਸ਼ ਵੀ ਕਈ ਦਫਾ ਲਿਖਿਆ ਜਾਂਦਾ ਹੈ, ਕਿਉਂਕਿ ਮੈਲੀ ਇੱਛਾ ਅੰਦਰ ਪਾਪ ਕਰਦੇ, ਜ਼ੁਲਮ ਕਰਦੇ, ਬਹੁਤਾ ਭਾਰੀ ਨਸ਼ਿਆਂ ਦੇ ਵਿੱਚ ਗਲਤਾਨ ਰਹਿੰਦੇ, ਤੰਬਾਕੂ ਆਦਿਕ, ਸਿਗਰਟਾਂ ਆਦਿਕ, ਹੁੱਕੇ ਆਦਿਕ। ਤੋ ਮਲ ਇੱਛੀ ਮਲੇਛਾ, ਜਿਹਦੇ ਅੰਦਰ ਮੈਲੀ ਇੱਛਾ ਹੋਵੇ, ਮੈਲ ਹੋਵੇ, ਉਹਨੂੰ ਮਲੇਛ ਕਿਹਾ ਜਾਂਦਾ ਹੈ। ਤੋ ਇਹ ਕਹਿੰਦਾ ਕਿ ਮੈਂ ਮਲੇਛਾਂ ਦੇ ਨਾਲ ਨਹੀਂ ਵਰਤਣਾ ਚਾਹੁੰਦਾ। ਬੋਲਨ ਮਿਲਨ ਸਪਰਸ਼ ਅਧਰਮ, ਜਿਨ੍ਹਾਂ ਦੇ ਨਾਲ ਬੋਲਣ ਦੇ ਕਰਕੇ, ਮਿਲਣ ਦੇ ਕਰਕੇ ਤੇ ਸਪਰਸ਼ ਛੋਹਣ ਦੇ ਕਰਕੇ ਧਰਮ ਨਾਸ ਹੁੰਦਾ ਹੈ। ਗੁਰ ਕੀ ਆਗਿਆ ਧਰਮ ਹਮਾਰੇ, ਮਹਾਰਾਜ ਜੀ ਦੀ ਆਗਿਆ ਮੰਨਣੀ ਇਹ ਸਾਡਾ ਧਰਮ ਹੈ। ਹਰਨ ਭਰਨ ਪ੍ਰਭ ਕਰਨੇ ਹਾਰੇ, ਮਹਾਰਾਜ ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਇੱਕ ਅੱਖ ਦੇ ਫੁਰਕਣ ਵਿੱਚ ਸ੍ਰਿਸ਼ਟੀ ਨੂੰ ਰਚ ਦਿੰਦੇ ਹੋ, ਤੇ ਅੱਖ ਫੁਰਕਣ ਦੇ ਵਿੱਚ ਹੀ ਲੈਤਾ ਕਰ ਸਕਦੇ, ਏਡੇ ਸਮਰੱਥ ਕਰਨ ਕਰਾਵਨਹਾਰ ਹੋ। ਆਇਸ ਤੁਰਕੇਸ਼ਵਰ ਕੀ ਜੋਏ, ਮਹਾਰਾਜ ਜੋ ਵੀ ਨਰੰਗੇ ਦੀ ਆਗਿਆ ਹੈ, ਹਮ ਤੇ ਨਹੀਂ ਮਨਾਵੋ ਸੋਏ। ਇਹ ਸਾਨੂੰ ਹੁਕਮ ਨਾ ਕਰਿਓ ਬਚਨ ਕਰਕੇ ਕਿ ਅਸੀਂ ਉਸ ਨਰੰਗੇ ਦੀ, ਮਲੇਸ਼ ਦੀ ਆਗਿਆ ਨੂੰ ਮੰਨੀਏ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਬਚਨ ਕੀਤੇ ਸਨ ਕਿ ਨੈ ਮਲੇਸ਼ ਕੋ ਦਰਸ਼ਨ ਦੈ ਹੈ। ਜੇ ਹੈ ਹੀ ਮਲੇਸ਼ ਆ ਤੇ ਇੱਥੇ ਰਾਜਾ ਵੀ ਵੇਖੋ ਉਹੀ ਬੋਲ ਕਹਿ ਰਿਹਾ ਕਿ ਉਹਦੇ ਅਧੀਨ ਨਾ ਕਰਿਓ ਸਾਨੂੰ। ਇਹੋ ਕਾਰਜ ਪ੍ਰਭ ਵੱਡੋ ਹਮਾਰੋ, ਤੇ ਇਸ ਕਰਕੇ ਮਹਾਰਾਜ ਸਾਡੇ ਵੱਡੇ ਵਡੇਰੇ ਜਿਹੜੇ ਹਨ, ਅਪਰ ਕਹੋ ਜਿਮ ਹੈ ਅਨੁਸਾਰ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਮਲੇਛਾਂ ਦੀ ਅਧੀਨਗੀ ਨਹੀਂ ਮੰਨਦੇ ਰਹੇ। ਮੈਂ ਵੀ ਨਹੀਂ ਮੰਨਾਂਗਾ ਮਹਾਰਾਜ, ਇਹ ਮੈਨੂੰ ਬਚਨ ਨਾ ਕਹਿਓ, ਹੋਰ ਜੋ ਕਹੋਗੇ ਤੁਹਾਡੇ ਬਚਨ ਮੰਨਾਂਗਾ। ਸਤਿਗੁਰ ਕਿਰਪਾ ਧਾਰ ਤਬ ਕਹਿਓ, ਕਿਰਪਾ ਧਾਰ ਕੇ ਮਹਾਰਾਜ ਜੀ ਨੇ ਕਿਰਪਾ ਕਰਕੇ ਮੁਖਾਰ ਬਿੰਦ ਤੋਂ ਕਿਹਾ, ਹਮ ਤਿਮ ਕਰੈ ਜਿਮਹਿ ਤੁਮ ਚਾਹਿਓ। ਮਹਾਰਾਜ ਕਹਿੰਦੇ ਰਾਜਨ ਅਸੀਂ ਵੀ ਉਵੇਂ ਕਰਾਂਗੇ ਜਿਵੇਂ ਤੂੰ ਚਾਹੁੰਦਾ ਹੈ। ਬਿਸ਼ਨ ਸਿੰਘ ਧਰਮਾਤਮ ਰਾਜਾ, ਇਹ ਜਿਹੜਾ ਰਾਜਾ ਬਿਸ਼ਨ ਸਿੰਘ ਜੋਧਪੁਰ ਵਾਲਾ ਹੈ, ਇਹ ਧਰਮ ਦੀ ਆਤਮਾ ਹੈ, ਧਰਮੀ ਬੰਦਾ ਹੈ। ਹਮ ਭਰੋਸੇ ਸਾਜਿਓ ਕਾਜਾ, ਇਹ ਵੀ ਤੇਰੇ ਹੀ ਧਰਮ ਵਾਲਾ ਹੈ। ਇਹ ਸਾਡੇ ਭਰੋਸੇ ਤੇ ਸਾਰਾ ਹੀ ਸਾਜ ਸਮਾਨ ਲਸ਼ਕਰ ਲੈ ਕੇ ਆਇਆ ਹੈ। ਹਿਰਦੈ ਸਰਲ ਛਲ ਰੰਚਕ ਨਾਹੀ, ਇਹ ਰਾਜਾ ਜਿਹੜਾ ਹੈ ਇਹਦੇ ਅੰਦਰ ਰੰਚਕ ਮਾਤਰ ਵੀ ਕਪਟ ਨਹੀਂ ਹੈ, ਬੜਾ ਸਾਫ਼ ਇਹਦਾ ਦਿਲ ਹੈ। ਹਾਂਜੀ, ਚਲੈ ਅਵੈ ਹਮ ਆਏ ਸਮਾਹੀ, ਇਹ ਸਾਡੀ ਆਗਿਆ ਦੇ ਵਿੱਚ ਚੱਲ ਰਿਹਾ, ਸਾਡਾ ਬਚਨ ਨਹੀਂ ਮੋੜੇਗਾ। ਤਿਸ ਸੋ ਮਿਲੋ ਸੰਧ ਕਰ ਲੀਜੈ, ਮਹਾਰਾਜ ਕਹਿੰਦੇ ਕਿ ਰਾਜਨ ਬਿਸ਼ਨ ਸਿੰਘ ਰਾਜੇ ਦੇ ਨਾਲ ਮੇਲ ਕਰਕੇ ਸੰਧੀ ਕਰ ਲਓ, ਮੇਲ ਮਿਲਾਪ ਕਰ ਲਓ ਆਪਸ ਦੇ ਵਿੱਚ। ਆਪਣੋ ਕਾਜ ਸੁਧਾਰਨ ਕੀਜੈ, ਆਪਣਾ ਜਿਹੜਾ ਕਾਰਜ ਹੈ ਉਹ ਵੀ ਤੁਸੀਂ ਸੁਧਾਰ ਲਓ। ਨਹੀਂ ਤੁਰਕ ਸੋ ਮੇਲਾ ਹੋਏ, ਨਹੀਂ ਨਰੰਗੇ ਨਾਲ ਔਰੰਗਜ਼ੇਬ ਨਾਲ ਤੁਹਾਡਾ ਮਿਲਾਪ ਹੋਵੇਗਾ। ਹਰਖਤ ਰਹੋ ਪਰਸਪਰ ਦੋਏ, ਦੋਵੇਂ ਆਪਸ ਦੇ ਵਿੱਚ ਮੇਲ ਮਿਲਾਪ ਕਰਕੇ ਆਨੰਦ ਪ੍ਰਸੰਨ ਰਹੋ। ਸੁਨ ਕਰ ਕਹਿਓ ਗੁਰੂ ਗਤ ਦੈਨ, ਸੁਣ ਕਰਕੇ ਰਾਜਾ ਕਹਿਣ ਲੱਗਾ ਹੈ ਮੁਕਤੀ ਦਾਤੇ ਸਤਿਗੁਰੂ, ਰਾਵਰ ਕੋ ਹਮ ਮਾਨਿਓ ਬੈਨ, ਆਪ ਜੀ ਜੋ ਕਹੋਗੇ ਅਸੀਂ ਆਪ ਜੀ ਦੇ ਬਚਨ ਮੰਨਾਂਗੇ। ਤਉ ਏਕ ਬਿਨਤੀ ਸੁਨ ਲੀਜੈ, ਇੱਕ ਬੇਨਤੀ ਤਾਂ ਵੀ ਹੋਰ ਹੈ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਕਰਦਾ ਸੁਣਨਾ ਕਰੋ। ਲਸ਼ਕਰ ਮੈਂ ਬਹੁ ਤੁਰਕ ਜਨੀਜੈ, ਇਹ ਬਿਸ਼ਨ ਸਿੰਘ ਰਾਜੇ ਦੀਆਂ ਫੌਜਾਂ ਵਿੱਚ ਬਹੁਤ ਸਾਰਾ ਤੁਰਕਾਂ ਦਾ ਲਸ਼ਕਰ ਆਇਆ ਹੈ।
ਤੁਰਕਾਂ ਦੇ ਜਥੇ ਆਏ ਹਨ। ਤਿਨੋ ਨਾ ਹੇਰੈ ਆਨ ਹਮਾਰੇ। ਇਹ ਸਾਨੂੰ ਆ ਕੇ ਸਾਡੇ ਦੇਸ਼ ਵਿੱਚ ਨਾ ਵੇਖਣ, ਨਾ ਮੈਂ ਹੀ ਇਹਨਾਂ ਨੂੰ ਇਹਨਾਂ ਦੇ ਕੋਲ ਜਾ ਕੇ ਵੇਖਣਾ ਚਾਹੁੰਦਾ। ਰਾਜਾ ਉਹਨਾਂ ਨੂੰ ਨਾਲ ਨਾ ਲੈ ਕੇ ਆਵੇ। ਹਰ ਨਹਿ ਮਿਲੈ ਆਏ ਇਸ ਪਾਰੇ। ਇਸ ਪਾਰ ਆ ਕਰਕੇ ਮੈਂ ਵੀ ਉਸ ਲਸ਼ਕਰ ਵਿੱਚ ਨਹੀਂ ਮਿਲਾਂਗਾ, ਜਾਂ ਰਾਜਾ ਮੇਰੇ ਕੋਲ ਆਵੇ ਉਹ ਵੀ ਇਸ ਤਰ੍ਹਾਂ ਤੁਰਕਾਂ ਵਾਲਾ ਲਸ਼ਕਰ ਨਾਲ ਨਾ ਲੈ ਕੇ ਆਵੇ। ਬ੍ਰਹਮ ਪੁੱਤਰ ਕੇ ਪਾਰ ਜੇ ਆਵੋ। ਜੇ ਬ੍ਰਹਮ ਪੁੱਤਰ ਦਰਿਆ ਦੇ ਪਾਰ ਦੇ ਕਿਨਾਰੇ ਤੇ ਵੀ ਆਵੋ। ਪਾਵਨ ਚਰਨ ਆਪਨੇ ਪਾਵੋ। ਆਪ ਨਾਲ ਹੀ ਰਾਜੇ ਦੇ ਆਓ, ਰਾਜੇ ਨੂੰ ਲੈ ਕੇ ਆਓ, ਪਰ ਤੁਰਕਾਂ ਦੀ ਫੌਜ ਨਾ ਨਾਲ ਲਿਆਇਓ। ਆਪਣੇ ਹਿੰਦੂ ਰਾਜੇ ਹੀ ਆਉਣ, ਹਿੰਦੂ ਸਿਪਾਹੀ ਹੀ ਆਉਣ, ਤੇ ਤੁਸੀਂ ਵੀ ਮਹਾਰਾਜ ਨਾਲ ਲੈ ਕੇ ਆਓ। ਚਰਨ ਪਾਓ ਆ ਕੇ ਬ੍ਰਹਮ ਪੁੱਤਰ ਦਰਿਆ ਦੇ ਪਾਰ ਦੇ ਕਿਨਾਰੇ ਮੇਰੇ ਦੇਸ਼ ਵਿੱਚ ਪਾਵਨ ਚਰਨ ਪਾਓ ਜੀ। ਦੇਸ਼ ਪੁਨੀਤ ਕਰੋ ਤੁਮ ਆਏ। ਤੁਸੀਂ ਆ ਕੇ ਮੇਰਾ ਦੇਸ਼ ਇਲਾਕਾ ਇਹ ਸਾਰਾ ਪਵਿੱਤਰ ਕਰ ਦਿਓ ਪਾਵਨ ਚਰਨ ਪਾ ਕੇ। ਸਗਰੇ ਨਰ ਸ਼ੁਭ ਦਰਸ਼ਨ ਪਾਏ। ਸਾਰੇ ਇਲਾਕੇ ਵਾਲੇ ਜਿਹੜੇ ਮਨੁੱਖ ਇਸਤਰੀਆਂ ਸਭ ਕੋਈ ਤੁਹਾਡੇ ਦਰਸ਼ਨ ਪਾ ਕੇ ਨਿਹਾਲ ਹੋਣਗੇ। ਹੋਏ ਕਿਰਤਾਰਥ ਦੇਹ ਉਪਾਇਨ। ਭੇਟਾਵਾਂ ਰੱਖਣਗੇ ਤੁਹਾਡੇ ਚਰਨਾਂ ਤੇ ਕਿਰਤਾਰਥ ਬਣਨਗੇ, ਸਫਲ ਹੋਣਗੇ। ਸੀਸ ਸਪਰਸ਼ ਰਾਵਰ ਪਾਇਨ। ਮਹਾਰਾਜ ਜੀ ਆਪ ਜੀ ਦੇ ਚਰਨਾਂ ਦੇ ਨਾਲ ਆਪਣਾ ਸਿਰ ਸਪਰਸ਼ ਕਰਨਗੇ, ਭਾਵ ਚਰਨਾਂ ਤੇ ਮੱਥਾ ਟੇਕਣਗੇ। ਬਿਸ਼ਨ ਸਿੰਘ ਕੋ ਲੈ ਕਰ ਸਾਥ। ਤੋ ਇਸ ਤਰ੍ਹਾਂ ਬਿਸ਼ਨ ਸਿੰਘ ਰਾਜੇ ਨੂੰ ਨਾਲ ਲੈ ਕਰਕੇ ਆਵੋ ਦੇਸ਼ ਤਿਸੀ ਗੁਰਨਾਥ। ਉਸ ਕਾਮਰੂ ਦੇਸ਼ ਪਾਰ ਦੇ ਕਿਨਾਰੇ ਨਾਥ ਮਾਲਕ ਸਤਿਗੁਰੂ ਆਪ ਜੀ ਕਿਰਪਾ ਕਰਕੇ ਆਵੋ। ਤਹ ਦੋਨੋਂ ਕੋ ਕਰੋ ਮਿਲਾਪ। ਮਹਾਰਾਜ ਸਾਹਿਬ ਜੀ ਨੂੰ ਕਹਿੰਦਾ, ਮਹਾਰਾਜ ਉੱਥੇ ਦੋਨਾਂ ਦਾ ਮਿਲਾਪ ਤੁਸੀਂ ਕਰਵਾਉਣਾ ਕਰੋ। ਤੋਹਿ ਦਿਸ਼ ਮਾਨਹਿ ਕਹੋ ਜੋ ਆਪ। ਦੋਵੇਂ ਪਾਸੇ ਦੇ ਰਾਜੇ ਆਪ ਜੀ ਦਾ ਹੁਕਮ ਮੰਨਣਗੇ ਜੋ ਤੁਸੀਂ ਕਹੋਗੇ। ਸਤਿਗੁਰ ਕਹਿਓ ਇਸੀ ਬਿਧ ਹੋਏ। ਹਜ਼ੂਰ ਪਾਤਸ਼ਾਹ ਕਹਿਣ ਲਗੇ, ਰਾਜਨ ਇਸੇ ਤਰ੍ਹਾਂ ਹੀ ਹੋਵੇਗਾ। ਤੇਰੇ ਵਿਪਰੈ ਕਰੈ ਨ ਕੋਏ। ਤੇਰੇ ਉਲਟ ਕੋਈ ਵੀ ਕੰਮ ਨਹੀਂ ਕਰਾਂਗੇ ਅਸੀਂ। ਜਬ ਕੋ ਆਨ ਸ਼ਰਨ ਤੈ ਪਰਿਓ। ਜਦੋਂ ਤਾਂ ਆ ਕੇ ਤੂੰ ਸ਼ਰਨ ਵਿੱਚ ਪਿਆ ਸਾਡੀ। ਹਮ ਚਹਿ ਦੋਨੋਂ ਕੋ ਭਲ ਕਰਿਓ। ਅਸੀਂ ਚਾਹੁੰਦੇ ਆ ਦੋਵਾਂ ਦਾ ਹੀ ਭਲਾ ਕਰਨਾ ਕਰੀਏ। ਸਾਦਰ ਗੁਰੂ ਦਿਓ ਸਿਰੁ ਪਾਏ। ਇਸ ਤਰ੍ਹਾਂ ਸਤਿਕਾਰ ਸਹਿਤ ਸਿਰਪਾਉ ਹਜ਼ੂਰ ਨੇ ਦਿੱਤਾ। ਬੰਦਨ ਕਰ ਗਮਨਿਓ ਤਬ ਰਾਏ। ਉਹ ਰਾਜਾ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚਲਾ ਗਿਆ। ਨਿਸਮੈ ਨੌਕਾ ਪਰ ਚੜ ਗਇਓ। ਰਾਤ ਦਾ ਸਮਾਂ ਹੋ ਗਿਆ ਹੈ, ਬੇੜੀ ਤੇ ਚੜ ਕੇ ਗਿਆ। ਪ੍ਰਾਪਤ ਭਵਨ ਆਪਨੇ ਭਇਓ। ਆਪਣੇ ਮਹਿਲਾਂ ਵਿੱਚ ਜਾ ਕੇ ਪ੍ਰਾਪਤ ਹੋਇਆ, ਪਹੁੰਚਿਆ। ਭਈ ਪ੍ਰਾਤ ਨਿਜ ਦਾਸ ਪਠਾਇਓ। ਜਦੋਂ ਕਹਿੰਦੇ ਸਵੇਰ ਹੋਈ ਹੈ, ਹਜ਼ੂਰ ਨੇ ਆਪਣਾ ਸੇਵਕ ਭੇਜਿਆ। ਬਿਸ਼ਨ ਸਿੰਘ ਕੋ ਨਿਕਟ ਬੁਲਾਇਓ। ਰਾਜੇ ਬਿਸ਼ਨ ਸਿੰਘ ਜੀ ਨੂੰ ਕੋਲ ਬੁਲਾਇਆ ਹੈ। ਕੀਨ ਬੰਦਨਾ ਬੈਠਿਓ ਪਾਸ। ਨਮਸਕਾਰ ਕਰਕੇ ਹਜ਼ੂਰ ਦੇ ਪਾਸ ਬੈਠ ਗਿਆ। ਭਨਤ ਬਿਨੈ ਮੈਂ ਹੋ ਤੁਮ ਦਾਸ। ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਅਪਾਰ। ਮਹਾਰਾਜ ਤੁਹਾਡਾ ਦਾਸ ਸੇਵਕ ਹਾਂ ਮੈਂ। ਸ੍ਰੀ ਗੁਰੂ ਤੇਗ ਬਹਾਦਰ ਸਾਰੂ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਅਸੀਂ ਸਾਰੇ ਹੀ। ਬਿਤਿਓ ਬ੍ਰਿਤਾਂਤ ਬਤਾਏ ਉਦਾਰੂ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਰਾਤ ਵਾਲਾ ਪ੍ਰਸੰਗ ਜੋ ਕਾਮਰੂ ਦੇਸ਼ ਦੇ ਰਾਜੇ ਦੇ ਨਾਲ ਬਚਨ ਹੋਏ ਉਹ ਸਾਰਾ ਸੁਣਾਇਆ। ਵਿਜੈ ਭਈ ਤੇਰੀ ਸਭ ਰੀਤ। ਮਹਾਰਾਜ ਕਹਿੰਦੇ, ਉਹ ਬਿਸ਼ਨ ਸਿੰਘ ਰਾਜੇ ਤੇਰੀ ਜਿੱਤ ਹੋ ਗਈ, ਸਮਝ ਲੈ ਸਭ ਤਰ੍ਹਾਂ ਕਰਕੇ। ਜਿਨ ਕੋ ਸਕਿਓ ਨ ਕੋ ਜੀਤ। ਜਿਸ ਕਾਮਰੂ ਦੇਸ਼ ਨੂੰ ਅੱਜ ਤੱਕ ਕੋਈ ਵੀ ਬਲੀ ਯੋਧਾ ਜਿੱਤ ਨਹੀਂ ਸਕਿਆ। ਸੋ ਤੁਝ ਮਿਲੈ ਉਪਾਇ ਨ ਦੇਹ। ਉਹ ਰਾਜਾ ਜਿਹੜਾ ਹੈ ਨਾ ਭੇਟਾਵਾਂ ਦੇ ਸਹਿਤ ਤੈਨੂੰ ਮਿਲੇਗਾ ਆ ਕੇ। ਮੰਤਰਨ ਬਲ ਜੋ ਬਸ ਨਹਿ ਹੋਇ ਹੈ। ਕਿਉਂਕਿ ਮੰਤਰਾਂ ਦੇ ਜ਼ੋਰ ਦੇ ਵਸ ਵਿੱਚ ਤੈਨੂੰ ਉਹ ਨਹੀਂ ਕਰ ਸਕਿਆ। ਰਾਜਪੂਤ ਲਿਹੋ ਸੰਗ ਹਜ਼ਾਰ। ਕਹਿੰਦੇ ਰਾਜਪੂਤ ਰਾਜਿਆਂ ਨੂੰ ਆਪਣੇ ਨਾਲ 1000 ਕਸੂਰਮਾ ਨਾਲ ਲੈ ਲਓ, ਤੁਰਕਾਂ ਦਾ ਨਹੀਂ ਲੈਣਾ। ਬਲੀ ਤੁਰੰਗਨ ਕੀ ਅਸਵਾਰ। ਬਲੀ ਯੋਧੇ ਲੈ ਲਓ ਤੇ ਬਲੀ ਘੋੜੇ ਲੈ ਲਓ। 1000 ਘੋੜ ਸਵਾਰ ਆਪਣੇ ਨਾਲ ਲੈ ਲਓ।
ਇਹ ਮਹਾਰਾਜ ਨੀਤੀ ਦੀ ਗੱਲ ਵੀ ਨਾਲ ਕਹਿ ਰਹੇ ਨੇ, ਕਿਉਂਕਿ ਕੋਈ ਪਤਾ ਹੈ ਕਿ ਅਗਲਾ ਰਾਜਾ ਉੱਧਰ ਬੁਲਾ ਕਰਕੇ ਕੀ ਕਰੇ। ਭਾਵੇਂ ਮਹਾਰਾਜ ਅੰਤਰਜਾਮੀ ਨੇ, ਫਿਰ ਵੀ ਨੀਤੀ ਤੇ ਧਰਮ ਦੋਨਾਂ ਨੂੰ ਮਹਾਰਾਜ ਰੱਖ ਰਹੇ ਨੇ। ਤੋ ਕਹਿ ਰਹੇ ਨੇ ਰਾਜਨ ਆਪਣੀਆਂ ਫੌਜਾਂ, ਰਾਜਪੂਤ ਰਾਜੇ ਸਿਪਾਹੀ ਨਾਲ ਲੈ ਕੇ ਚੱਲਿਓ। ਆਜ ਕਰੋ ਤਿਆਰੀ ਸਭ ਭਾਂਤ, ਅੱਜ ਹੀ ਸਭ ਤਰ੍ਹਾਂ ਕਰਕੇ ਦਿਨੇ ਤਿਆਰੀ ਕਰ ਲਓ। ਤਰੀਅਨ ਚੜੋ ਹੋਤ ਹੀ ਪ੍ਰਾਤ, ਬੇੜੀਆਂ ਤੇ ਚੜ ਕੇ ਸਵੇਰ ਦਿਨ ਚੜ੍ਹਦਿਆਂ ਹੀ ਉਧਰ ਨੂੰ ਚਾਲੇ ਪਾ ਦੇਵਾਂਗੇ। ਸੁਨ ਨਿਰਭਕੇ ਆਨੰਦ ਵੱਡ ਭਇਓ, ਬੜਾ ਭਾਰੀ ਆਨੰਦ ਹਿਰਦੇ ਵਿੱਚ ਆਇਆ, ਖਿੜ ਗਿਆ ਰਾਜਾ ਸੁਣ ਕੇ। ਜਨ ਨਵ ਨਿਧਾਨ ਕੋ ਹਰ ਲਇਓ, ਮਾਨੋ ਕਿ 9 ਨਿਧੀਆਂ ਹੱਥਾਂ ਤੇ ਹੀ ਪ੍ਰਾਪਤ ਕਰ ਲਈਆਂ। ਬਾਰੰਬਾਰ ਬੰਦਨਾ ਠਾਨਤ, ਵਾਰ-ਵਾਰ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਲਾਉਂਦਾ ਹੈ। ਹੇ ਪ੍ਰਭੂ ਨਿਜ ਜੀਵਨ ਅਬ ਜਾਣਤ, ਹੇ ਪ੍ਰਭੂ ਹੁਣ ਮੈਂ ਜਾਣਿਆ ਮੇਰਾ ਜੀਵਨ ਬਚ ਗਿਆ, ਮੇਰੀ ਜਾਨ ਤੁਸੀਂ ਰੱਖ ਲਈ ਮਹਾਰਾਜ। ਤੋ ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੈ ਸਰੈ ਨਾ ਬਿੰਦ। ਤੋ ਤੁਹਾਡੇ ਤੋਂ ਬਿਨਾ ਮੇਰਾ ਜੀਵਨ ਕਾਹਦਾ ਸੀ ਮਹਾਰਾਜ। ਚਿੰਤਾ ਦੀ ਨਦੀ ਵਿੱਚ ਡੁੱਬ ਰਿਹਾ ਸਾਂ। ਪ੍ਰਾਨ ਦਾਨ ਮੁਕੋ ਤੁਮ ਦੀਨਸ, ਮੈਨੂੰ ਪ੍ਰਾਨਾਂ ਦਾ ਦਾਨ ਦੇ ਦਿੱਤਾ, ਮੇਰੀ ਜਾਨ ਬਚਾ ਲਈ ਮਹਾਰਾਜ ਤੁਸੀਂ। ਸਗਰੇ ਕਾਜ ਸੁਧਾਰਨ ਕੀਨਸ, ਮੇਰੇ ਸਾਰੇ ਹੀ ਕਾਰਜ ਸੁਧਾਰ ਦਿੱਤੇ ਤੁਸੀਂ। ਇਤਿਆਦਿਕ ਕਹਿ ਬਿਨੈ ਵਡਾਈ, ਇਤਿਆਦਿਕ ਬੇਨਤੀਆਂ ਵਾਲੇ ਬਚਨ ਕਹਿ ਕਹਿ ਕੇ ਵਡਿਆਈ ਕੀਤੀ। ਸਿਵਰ ਜਾਏ ਤਿਆਰੀ ਕਰਵਾਈ, ਡੇਰੇ ਵਿੱਚ ਜਾ ਕੇ ਅਗਲੇ ਦਿਨ ਚੜ੍ਹਨ ਦੀ ਤਿਆਰੀ ਕਰਵਾਈ ਹੈ। ਰਾਜਪੂਤ ਭਟ 1000, 1000 ਰਾਜਪੂਤ ਸੂਰਮੇ ਚੁਣੇ ਹਨ। ਬੀਨ ਬੀਨ ਕੀਨਸ ਸਭ ਨਿਆਰੇ, ਚੁਣ ਚੁਣ ਕੇ ਬਾਕੀਆਂ ਦੇ ਵਿੱਚੋਂ ਨਿਆਰੇ ਵੱਖਰੇ ਕੀਤੇ ਹਨ। ਸ਼ਾਸਤਰ ਵਾਸਤਰ ਸ਼ੁਭ ਧਾਰਨ ਹਾਰੇ, ਸਾਰਿਆਂ ਨੇ ਸ਼ਸਤਰ ਤੇ ਵਸਤਰ ਸ੍ਰੇਸ਼ਟ ਜਿਹੜੇ ਹਨ ਉਹ ਸੁਚੇਤ ਕਰ ਲਏ, ਤਿਆਰ ਬਰ ਤਿਆਰ ਕਰ ਲਏ, ਜਾਂ ਹਰ ਵੇਲੇ ਜਿਹੜੇ ਧਾਰਨ ਕਰਕੇ ਰੱਖਣ ਵਾਲੇ ਨੇ। ਕਹਿਓ ਰੂਡੋ ਹੋਤ ਸਕਾਰੇ, ਕਿਹਾ ਕਿ ਤੜਕੇ ਹੀ ਲੋ ਲੱਗਦਿਆਂ ਹੀ ਸਾਰੇ ਘੋੜਿਆਂ ਤੇ ਸਵਾਰ ਹੋ ਜਾਓ। ਨਿਸਾ ਬਿਖੈ ਤਿਆਰੀ ਕਰ ਸੋਇਓ, ਰਾਤ ਨੂੰ ਸਾਰੀ ਤਿਆਰੀ ਕਰਕੇ ਰਾਜਾ ਬਿਸ਼ਨ ਸਿੰਘ ਸੁੱਤਾ ਹੈ। ਬੜੀ ਭੋਰ ਉਠ ਕਾਰਜ ਜੋਇਓ, ਵੱਡੀ ਸਵੇਰ ਤੜਕੇ ਹੀ, ਅਜੇ ਦਿਨ ਵੀ ਚੜਿਆ ਨਹੀਂ, ਆਪਣੇ ਕਾਰਜ ਵਿੱਚ ਲੱਗ ਗਿਆ। ਕਰ ਇਸ਼ਨਾਨ ਪਟ ਅਜੁੱਧ ਧਾਰੇ, ਇਸ਼ਨਾਨ ਕਰਕੇ ਸ਼ਸਤਰ ਵਸਤਰ ਸਰੀਰ ਤੇ ਧਾਰਿਆ, ਤਿਆਰ ਬਰ ਤਿਆਰ ਹੋਇਆ ਮਿਲ ਹੈ। ਸਤਿਗੁਰ ਕੋ ਕੀਨਸ ਤਿਆਰੇ, ਮਿਲ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਵੀ ਤਿਆਰ ਕੀਤਾ ਹੈ। ਸਿਵਕਾ ਪਰ ਨਿਰਭਕੇ ਸਗ ਚਾਲੇ, ਮਹਾਰਾਜ ਸਾਹਿਬ ਜੀ ਇਸ ਰਾਜੇ ਦੇ ਨਾਲ ਹੀ ਪਾਲਕੀ ਤੇ ਚੜ੍ਹ ਕੇ ਚੱਲੇ ਹਨ। ਚੜ ਤਰੀਅਨ ਪਰ ਨੀਰ ਬਿਸਾਲੇ, ਸਭ ਬੇੜੀਆਂ ਤੇ ਚੜ੍ਹ ਕਰਕੇ ਸੂਰਮੇ ਵੀ ਪਾਣੀ ਤੋਂ ਜਲ ਤੋਂ ਪਾਰ ਹੋ ਰਹੇ ਨੇ। ਪਹੁੰਚੇ ਪਾਰ ਜਾਏ ਕਰ ਜਬੈ, ਕਾਮਰੂ ਦੇਸ਼ ਦੇ ਪਾਰ ਦੇ ਕਿਨਾਰੇ ਤੇ ਜਾ ਕੇ ਜਦੋਂ ਪਹੁੰਚੇ, ਸੁਨਿਓ ਕਾਮਰੂ ਪਤਨੇ ਤਬੈ, ਕਾਮਰੂ ਦੇਸ਼ ਦੇ ਰਾਜੇ ਨੂੰ ਖਬਰ ਹੋਈ, ਉਹਨੇ ਸੁਣਿਆ। ਕੁਛ ਤਰੰਗ ਆਰ ਬਸਤਰ ਬਿਸਾਲੇ, ਕੁਝ ਕੁ ਘੋੜੇ ਬਲੀ ਲਏ ਨੇ ਭੇਟਾ ਵਾਸਤੇ, ਤੇ ਕੁਝ ਕੁ ਬਸਤਰ ਆਦਿਕ। ਦਰਬ ਲਿਓ ਕੇ ਤਿਕ ਸੰਗ ਚਾਲੇ, ਕਿੰਨਾ ਕੁ ਧਨ ਲੈ ਕੇ ਰਾਜੇ ਬਿਸ਼ਨ ਸਿੰਘ ਨੂੰ ਸੰਧੀ ਵਾਸਤੇ ਅਰਪਣ ਕਰਨ ਵਾਸਤੇ ਚੱਲਿਆ ਹੈ। ਅਪਰ ਉਪਾਇਨ ਆਛੀ ਕੇ, ਹੋਰ ਵੀ ਚੰਗੀਆਂ ਚੰਗੀਆਂ ਭੇਟਾਵਾਂ ਲੈ ਲਈਆਂ। ਉਪਜੈ ਤਿਸੀ ਦੇਸ਼ ਮੈਂ ਜੇ, ਜਿਹੜੀਆਂ ਜਿਹੜੀਆਂ ਉਸ ਦੇਸ਼ ਦੇ ਵਿੱਚ ਮਿਲਣ ਵਾਲੀਆਂ ਜਾਂ ਪੈਦਾ ਹੋਣ ਵਾਲੀਆਂ ਚੀਜ਼ਾਂ ਉਹ ਲਈਆਂ ਹਨ। ਆਏ ਮਿਲਿਓ ਭੂਪਤ ਕੇ ਸਾਥ, ਆ ਕਰਕੇ ਰਾਜੇ ਬਿਸ਼ਨ ਸਿੰਘ ਨੂੰ ਮਿਲਿਆ ਇਹ ਕਾਮਰੂ ਦੇਸ਼ ਦਾ ਰਾਜਾ। ਦੋਹਨ ਬੀਚ ਬੈਠੇ ਗੁਰਨਾਥ, ਦੋਨਾਂ ਦੇ ਵਿਚਕਾਰ ਨਾਥ ਸੁਆਮੀ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਨੇ। ਲੈਨ ਦੇਨ ਜੇ ਤਿਕ ਮਨ ਭਾਇਓ, ਲੈਣਾ ਦੇਣਾ ਜੋ ਵੀ ਇੱਧਰ ਤੇ ਉੱਧਰ ਦਾ, ਜਿਵੇਂ ਕੁੜਮ ਤੇ ਕੁੜਮਾਈ ਆਪਸ ਵਿੱਚ ਲੈਣਾ ਦੇਣਾ ਕਰਦੇ ਨੇ ਨਾ ਮਿਲਣੀ ਦੇ ਸਮੇਂ, ਤੋ ਇਹਨਾਂ ਦੋਨਾਂ ਰਾਜਿਆਂ ਦੀ ਵੀ ਮਿਲਣੀ ਹੋ ਰਹੀ ਹੈ। ਲੈਣ ਦੇਣ ਇੱਧਰ ਉੱਧਰ ਦਾ ਜੋ ਵੀ ਹੈ
ਬੜੇ ਪਿਆਰ ਪ੍ਰੇਮ ਦੇ ਨਾਲ ਆਪਸ ਦੇ ਵਿੱਚ ਕੀਤਾ ਹੈ। ਸ੍ਰੀ ਪ੍ਰਭ ਦੋਨੋਂ ਤੇ ਕਰਵਾਇਓ। ਪ੍ਰਭੂ ਸਤਿਗੁਰੂ ਮਹਾਰਾਜ ਜੀ ਨੇ ਦੋਨਾਂ ਤੋਂ ਲੈਣ ਦੇਣ ਕਰਵਾਇਆ, ਮਿੱਤਰਤਾ ਕੀ ਕਰਾਈ ਹੈ। ਭਾਈ ਮਿੱਤਰਤਾ ਆਪਸ ਮਾਹੀ। ਕਿਉਂਕਿ ਜਿਹਦੇ ਨਾਲ ਬੋਲ ਚਾਲਣ ਨਾ ਹੋਵੇ, ਆਪਾਂ ਕਹਿੰਦੇ ਆਪਣਾ ਕੋਈ ਉਹਦੇ ਨਾਲ ਲੈਣ ਦੇਣ ਨਹੀਂ ਭਾਈ, ਉਹਦੇ ਨਾਲ ਆਪਣੀ ਕੋਈ ਵਿਚਾਰ ਨਹੀਂ। ਪਰ ਹੁਣ ਮਹਾਰਾਜ ਜੀ ਨੇ ਮਿੱਤਰਤਾ ਕਰਵਾ ਦਿੱਤੀ, ਲੈਣ ਦੇਣ ਇੱਧਰੋਂ ਇਹ ਰਾਜਾ ਭੇਟਾ ਦੇ ਰਿਹਾ, ਉੱਧਰੋਂ ਉਹ ਰਾਜਾ ਭੇਟਾ ਦੇ ਰਿਹਾ ਹੈ। ਵੈਸੇ ਸਤਿਗੁਰਾਂ ਦਾ ਜਿਹੜਾ ਲੈਣ ਦੇਣ ਹੈ ਨਾ, ਉਹ ਰਾਜਿਆਂ ਮਹਾਰਾਜਿਆਂ ਦੇ ਨਾਲ ਨਹੀਂ ਹੁੰਦਾ। ਸਤਿਗੁਰੂ ਦਾ ਲੈਣ ਦੇਣ ਜਿਹੜਾ ਹੈ ਉਹ ਆਪਣੇ ਪਿਆਰੇ ਜਨਾਂ ਦੇ ਨਾਲ ਹੁੰਦਾ, ਭਗਤਾਂ ਦੇ ਨਾਲ ਹੁੰਦਾ ਹੈ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਤੋ ਇਹ ਰਾਜਿਆਂ ਦਾ ਆਪਸ ਦੇ ਵਿੱਚ ਲੈਣ ਦੇਣ ਮਹਾਰਾਜ ਮਿੱਤਰਤਾ ਸੰਧੀ ਕਰਵਾ ਰਹੇ ਹਨ। ਵਧਿਓ ਪ੍ਰੇਮ ਰਸ ਉਰ ਹਰ ਖਾਈ। ਬੜਾ ਆਪਸ ਦੇ ਵਿੱਚ ਪ੍ਰੇਮ ਰਸ ਵਧਿਆ ਦੋਨਾਂ ਰਾਜਿਆਂ ਦਾ, ਬੜਾ ਪ੍ਰਸੰਨ ਹੋਏ ਖਿੜੇ ਹੋਏ ਹਨ ਦੋਵੇਂ ਰਾਜੇ। ਆਪਸ ਮੈਂ ਪਲਟੀ ਦਸਤਾਰ। ਫਿਰ ਆਪਣੀਆਂ ਪੱਗਾਂ ਵਟਾਈਆਂ ਨੇ। ਜਿਵੇਂ ਪੁਰਾਤਨ ਸਮਿਆਂ ਵਿੱਚ ਬਹੁਤੇ ਗੂੜੇ ਮਿੱਤਰ ਆਪਣੀਆਂ ਪੱਗਾਂ ਵਟਾ ਕੇ ਪੱਗ ਵੱਟ ਭਰਾ ਬਣਿਆ ਕਰਦੇ ਸਨ ਕਿ ਜਿੱਥੇ ਮੈਨੂੰ ਵਿਪਤਾ ਪਵੇ ਤੇ ਤੂੰ ਮੇਰੀ ਸਹਾਇਤਾ ਕਰਨੀ, ਜਿੱਥੇ ਤੈਨੂੰ ਪਵੇ ਤੇ ਮੈਂ ਤੇਰੀ ਸਹਾਇਤਾ ਕਰਾਂਗਾ। ਉਹਨਾਂ ਨੂੰ ਪੱਗ ਵੱਟ ਭਰਾ ਕਿਹਾ ਜਾਂਦਾ ਸੀ। ਤੋ ਇਸ ਤਰ੍ਹਾਂ ਪੱਗ ਵੱਟ ਭਰਾ ਬਣ ਗਏ ਆਪਸ ਦੇ ਵਿੱਚ, ਪੱਗਾਂ ਵਟਾ ਕਰਕੇ। ਮੇਲੇ ਅੰਕ ਭਰ ਭੁਜਾ ਪਸਾਰ। ਕਹਿੰਦੇ ਗਲਵੱਕੜੀ ਵਿੱਚ ਲੈ ਲਿਆ ਭੁਜਾ ਪਸਾਰ ਕੇ, ਬਾਹਾਂ ਫੈਲਾ ਕੇ ਦੋਨਾਂ ਰਾਜਿਆਂ ਨੇ ਇੱਕ ਦੂਜੇ ਨੂੰ ਗਲਵੱਕੜੀ ਭਰ ਲਈ ਹੈ। ਭਨਤ ਪਰਸਪਰ ਮਧਰੇ ਬੈਨ। ਬੜੇ ਮਿੱਠੇ ਮਿੱਠੇ ਬੋਲ ਰਾਜਾ ਬਿਸ਼ਨ ਸਿੰਘ ਕਾਮਰੂ ਦੇਸ਼ ਦੇ ਰਾਜੇ ਨੂੰ ਕਹਿ ਰਿਹਾ। ਉਹ ਰਾਜਾ ਮਿੱਤਰ ਬਣੇ ਹੋਏ ਨੇ, ਬੜੇ ਮਿੱਠੇ ਬੋਲ ਇਸ ਰਾਜੇ ਨੂੰ ਕਹਿ ਰਿਹਾ ਹੈ। ਹਰਕਤ ਪਿਕਤ ਸਮੁਖ ਕਰ ਨੈਣ। ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਆਨੰਦ ਦੇ ਸਹਿਤ ਇੱਕ ਦੂਜੇ ਵੱਲ ਰਸੀਲੇ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਮਿੱਤਰਤਾ ਭਰੀਆਂ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਦੇਖ ਰਹੇ ਹਨ। ਦੇਸ਼ ਕਾਮਰੂ ਕੇਰ ਨਰੇਸ਼। ਕਾਮਰੂ ਦੇਸ਼ ਦਾ ਜੋ ਰਾਜਾ ਹੈ, ਸਤਿਗੁਰ ਸੋ ਕਹਿ ਬਿਨ ਵਿਸ਼ੇਸ਼। ਮਹਾਰਾਜ ਸਾਹਿਬ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਵਿਸ਼ੇਸ਼ ਕਰਕੇ। ਉਹ ਇੱਕ ਚਿੰਨ ਆਪ ਅਬ ਦੀਜੈ। ਕਹਿਣ ਲੱਗਾ ਮਹਾਰਾਜ ਜੀ ਹੁਣ ਦੋਨਾਂ ਆਪਾਂ ਰਾਜਿਆਂ ਨੇ ਤਾਂ ਇੱਕ ਦੂਜੇ ਦੇ ਨਾਲ ਲੈਣ ਦੇਣ ਕਰ ਲਿਆ, ਹੁਣ ਇੱਕ ਤੁਸੀਂ ਕਿਰਪਾ ਕਰੋ, ਇੱਕ ਆਪਣਾ ਚਿੰਨ੍ਹ ਸਾਨੂੰ ਦੇ ਦਿਓ, ਇੱਕ ਨਿਸ਼ਾਨੀ ਸਾਨੂੰ ਦੇ ਦਿਓ। ਕਿਉਂਕਿ ਬਹੁਤ ਆਦ ਜਿੱਥੇ ਸਤਿਗੁਰਾਂ ਦੇ ਸੇਵਕ ਬਣੇ ਨਾ, ਧੰਨ ਗੁਰੂ ਨਾਨਕ ਸਾਹਿਬ ਦੇ ਵੀ ਆਪਾਂ ਦੇਖ ਲਈਏ। ਮੱਕੇ ਦੇ ਵਿੱਚ ਜਦੋਂ ਸਾਰਾ ਮੱਕਾ ਝੁਕ ਗਿਆ ਸੀ ਨਾ, ਤੇ ਫਿਰ ਉਹਨਾਂ ਨੇ ਕਿਹਾ ਸੀ ਮਹਾਰਾਜ ਸਾਨੂੰ ਇੱਕ ਖੜਾਂ ਆਪਣੇ ਚਰਨ ਦੀ ਦੇ ਜਾਓ, ਅਸੀਂ ਤੁਹਾਡੀਆਂ ਖੜਾਵਾਂ ਦੀ ਪੂਜਾ ਕਰਾਂਗੇ। ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ। ਇਸ ਤਰ੍ਹਾਂ ਇਹ ਕਹਿ ਰਹੇ ਨੇ ਇੱਕ ਸਾਨੂੰ ਆਪਣੀ ਨਿਸ਼ਾਨੀ ਦੇ ਜਾਓ ਮਹਾਰਾਜ ਜੀ। ਅੰਪਰ ਕਰਨਾ ਧਾਰ ਪ੍ਰਸੀਜੈ। ਜੇ ਤੁਸੀਂ ਸਾਡੇ ਤੇ ਪ੍ਰਸੰਨ ਹੋ ਨਾ ਮਹਾਰਾਜ, ਤੁਠੇ ਹੋ, ਤੇ ਇਹ ਸਾਡੇ ਤੇ ਕਿਰਪਾ ਧਾਰੋ ਜੀ। ਭਗ ਕੀ ਪਨਹੀ ਕਹਿ ਹਮ ਦੇਹੂ। ਜਾਂ ਤੇ ਆਪਣੇ ਚਰਨ ਦਾਸੀ ਦੇ ਦਵੋ, ਚਰਨਾਂ ਦਾ ਜੋੜਾ ਸਾਨੂੰ ਦੇ ਦਿਓ, ਉਸ ਚਰਨਾਂ ਦੇ ਜੋੜੇ ਦੀ ਪੂਜਾ ਕਰਾਂਗੇ। ਸਕਲ ਦੇਸ਼ ਪੂਜੈ ਗੋ ਏਹੂ। ਕਾਮਰੂ ਦੇਸ਼ ਦਾ ਰਾਜਾ ਕਹਿੰਦਾ ਸਾਰਾ ਦੇਸ਼ ਮਹਾਰਾਜ ਆਪ ਜੀ ਦੇ ਚਰਨਾਂ ਦੇ ਜੋੜੇ ਦੀ ਪੂਜਾ ਕਰੇਗਾ। ਅਪਰਵਾਸਤ ਕਹਿ ਦਿਓ ਇਸ ਦੇਸ਼। ਜਾਂ ਹੋਰ ਜੋ ਤੁਸੀਂ ਚਾਹੁੰਦੇ ਹੋ ਉਹ ਸਾਨੂੰ ਇਸ ਦੇਸ਼ ਵਿੱਚ ਵਸਤੂ ਦੇ ਜਾਓ, ਨਿਸ਼ਾਨੀ ਦੇ ਜਾਓ। ਜਿਸ ਤੇ ਸ਼ਰਧਾ ਧਰੈ ਵਿਸ਼ੇਸ਼। ਜਿਸ ਦੇ ਉੱਪਰ ਅਸੀਂ ਬਹੁਤ ਭਾਰੀ ਭਾਵਨਾ ਧਾਰਾਂਗੇ। ਇਮ ਰਾਜਾ ਕੂ ਪ੍ਰੇਮ ਪਰੀਖਾ। ਬਹੁਤਾ ਪ੍ਰੇਮ ਦੇ ਵਿੱਚ ਭਿੱਜੇ ਹੋਏ ਰਾਜੇ ਨੂੰ ਤੱਕਿਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਕਿਰਪਾ ਦ੍ਰਿਸ਼ਟ ਤੇ ਇਸ ਕੋ ਦੇਖਾ। ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਉਹਦੇ ਵੱਲ ਦੇਖਿਆ ਹੈ ਕਿ ਇਹਨੇ ਸਾਡੇ ਬਚਨ ਸਾਰੇ ਹੀ ਮੰਨੇ ਹਨ। ਸ੍ਰੀ ਗੁਰ ਆਪਨੋ ਧਨੁਖ ਸੰਭਾਰਾ। ਮਹਾਰਾਜ ਸਾਹਿਬ ਜੀ ਦੇ ਕੋਲ ਜਿਹੜਾ ਗਲੇ ਵਿੱਚ ਪਿਆ ਹੋਇਆ ਮੋਢੇ ਤੇ ਭਾਰੀ ਧਨਖ ਹੈ, ਉਹਨੂੰ ਮਹਾਰਾਜ ਨੇ ਲਾਇਆ ਹੈ
ਮੋਢੇ ਦੇ ਉੱਪਰੋਂ ਸੰਭਾਲਿਆ। ਤਰ ਕਛ ਤੇ ਇੱਕ ਬਾਣ ਨਿਕਾਰਾ, ਪੱਥੇ ਦੇ ਵਿੱਚੋਂ ਇੱਕ ਮਹਾਰਾਜ ਜੀ ਨੇ ਤੀਰ ਕੱਢਿਆ ਹੈ। ਧਰ ਕੈ ਜੇ ਕਾਨ ਲਗ ਤਾਨਾ, ਇਸ ਧਨਖ ਦੇ ਚਿੱਲੇ ਤੇ ਤੀਰ ਰੱਖ ਕੇ ਕੰਨ ਤੱਕ ਖਿੱਚ ਕੇ ਛੱਡਿਆ ਹੈ। ਦੇਖਿਓ ਸਨਮੁਖ ਬਿਟਪ ਨਿਸ਼ਾਨਾ, ਇੱਕ ਸਾਹਮਣੇ ਬੋੜ ਦਾ ਖੜਾ ਦਰਖਤ ਮਹਾਰਾਜ ਜੀ ਨੇ ਦੇਖਿਆ, ਉਹਨੂੰ ਨਿਸ਼ਾਨਾ ਲਾਇਆ ਹੈ। ਤਿਸ ਕੋ ਤਾਕ ਧਨੁਕ ਤੇ ਤਿਆਗਿਓ, ਸੋ ਤੱਕ ਕਰਕੇ ਕਹਿੰਦੇ ਉਸ ਦੇ ਉੱਪਰ ਧਨੁਖ ਦਾ ਜਿਹੜਾ ਨਿਸ਼ਾਨਾ ਹੈ ਚਲਾਇਆ ਹੈ। ਬੜੇ ਬੇਗ ਤੇ ਤਰਵਰ ਲਾਗਿਓ, ਬੜੇ ਬਲ ਦੇ ਨਾਲ ਮਹਾਰਾਜ ਨੇ ਚਲਾਇਆ ਤੇ ਜਾ ਕੇ ਬੋੜ ਦੇ ਦਰਖਤ ਵਿੱਚ ਲੱਗਾ। ਭਲਕਾ ਭਈ ਪਾਰ ਇਮ ਗਇਓ, ਕਹਿੰਦੇ ਜਿਹੜੀ ਉਹਦੀ ਮੁੱਖੀ ਹੈ ਨਾ ਤੀਰ ਦੀ ਅਗਲੀ, ਉਹ ਪਾਰ ਨਿਕਲ ਗਈ। ਪਿਛਲਾ ਪਾਸਾ ਪਿੱਛੇ ਰਹਿ ਗਿਆ ਖੰਭੀ ਵਾਲਾ, ਤੇ ਅਗਲਾ ਪਾਸਾ ਅਗਲੇ ਪਾਸੇ ਦੇ ਸਿਰਿਆ ਨਿਕਲਿਆ ਹੋਇਆ। ਦੋਹੇ ਦਿਸ਼ ਤਨਕ ਤਨਕ ਦਿਖ ਪਇਓ, ਦੋਨਾਂ ਪਾਸਿਆਂ ਵੱਲ ਅਗਲੇ ਪਾਸੇ ਦਾ ਵੀ ਤੀਰ ਦਾ ਤਿੱਖਾ ਜਿਹੜੀ ਨੋਕ ਹੈ ਉਹ ਦਿਸ ਰਹੀ ਹੈ, ਤੇ ਪਿੱਛੋਂ ਵੀ ਖੰਭੀ ਜਿਹੜੀ ਹੈ ਜਿੱਥੋਂ ਸ਼ੁਰੂ ਹੁੰਦਾ ਹੈ ਉਹ ਵੀ ਦਿਸ ਰਹੀ ਹੈ। ਬਾਕੀ ਸਾਰਾ ਵਿੱਚ ਬੋੜ ਦੇ ਧੱਸਿਆ ਹੋਇਆ ਹੈ। ਸਤਿਗੁਰ ਕਹਿਓ ਚਿੰਨ ਇਹ ਥਾਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਲ ਜਾ ਕੇ ਕਹਿਣਾ ਕੀਤਾ ਕਿ ਰਾਜਨ ਆਹ ਸਾਡੀ ਨਿਸ਼ਾਨੀ ਹੈ, ਇਹ ਤੀਰ ਐਵੇਂ ਹੀ ਵਿੱਚ ਰਹੇਗਾ, ਇਹ ਸਾਡਾ ਚਿੰਨ ਹੈ। ਪੂਜੈ ਸਗਰੇ ਸ਼ਰਧਾ ਠਾਨ, ਜਿਹੜੇ ਵੀ ਤੁਹਾਡੇ ਸਾਰੇ ਹੀ ਬਹੁਤੀ ਭਾਵਨਾ ਸਰਧਾ ਰੱਖ ਕੇ ਪੂਜਣਗੇ। ਬਿਗਨ ਦੇਸ਼ ਮੈਂ ਜੇ ਹੋਏ ਜਾਵੈ, ਜਦੋਂ ਵੀ ਤੁਹਾਡੇ ਦੇਸ਼ ਵਿੱਚ ਕੋਈ ਵਿਘਨ ਪਵੇ, ਬਿਪਤਾ ਪਵੇ ਆ ਕੇ, ਇਸ ਕੋ ਮਾਨੋ ਤੁਰਤ ਮਿਟਾਵੈ। ਇੱਥੇ ਆ ਕਰਕੇ ਮੰਨਤਾ ਕਰਿਓ, ਬੇਨਤੀ ਕਰਿਓ, ਸਭ ਤੁਹਾਡੇ ਵਿਘਨ ਨਾਸ ਹੋ ਜਾਣਗੇ। ਜੋ ਬਾਛੈ ਫਲ ਕਿਸ ਬਿਦ ਮੇਲਾ, ਜੋ ਵੀ ਮੰਗੋਗੇ ਉਹ ਤੁਹਾਨੂੰ ਮਿਲੇਗਾ। ਇਸ ਤਰੀਕੇ ਦੇ ਨਾਲ ਜੋ ਬਾਛੈ ਫਲ ਕਿਸ ਬਿਦ ਕੋਏ, ਕਿਸੇ ਤਰੀਕੇ ਨਾਲ ਕਿਸੇ ਵਿਧੀ ਨਾਲ ਜੋ ਵੀ ਕੋਈ ਇੱਛਾ ਕਰਕੇ ਮੰਗੇਗਾ, ਇਸ ਪੂਜੈ ਸੋ ਪ੍ਰਾਪਤ ਹੋਏ। ਇਹਨੂੰ ਪੂਜਨ ਕਰਕੇ ਉਹ ਕੁਝ ਹੀ ਪ੍ਰਾਪਤ ਹੋਵੇਗਾ। ਦਿਵਸ ਆਜ ਕੇ ਕੀਜੈ ਮੇਲਾ, ਅੱਜ ਦੇ ਦਿਨ ਸਾਲ ਦੇ ਵਿੱਚ, ਸਾਲ ਬਾਅਦ ਇੱਥੇ ਜੋੜ ਮੇਲਾ ਕਰਿਆ ਕਰੋ ਸਾਰੇ ਹੀ। ਸਕਲ ਦੇਸ਼ ਨਰ ਕਰੋ ਸਕੇਲਾ, ਸਾਰਾ ਇਲਾਕਾ ਦੇਸ਼ ਇਕੱਠਾ ਕਰਕੇ ਨਾ ਅੱਜ ਦੇ ਦਿਹਾੜੇ ਤੇ ਇੱਥੇ ਵੱਡਾ ਜੋੜ ਮੇਲਾ ਕਰਿਆ ਕਰੋ। ਮਾਨੋ ਮਹਾ ਮਹਾਤਮ ਪਾਵੋ, ਮਹਾਰਾਜ ਕਹਿੰਦੇ ਜਿਹੜੇ ਵੀ ਸਾਡੇ ਬਚਨ ਮੰਨਣਗੇ ਨਾ ਬੜਾ ਭਾਰੀ ਫਲ ਮਹਾਤਮ ਪਾਉਣਗੇ। ਧੂਪ ਦੀਪ ਨਹੀਂ ਵੇਦ ਚੜਾਵੋ, ਜਿਹੜਾ ਵੀ ਇੱਥੇ ਧੂਪ ਵੱਟੀ ਕਰੇਗਾ, ਘਿਓ ਦੇ ਦੀਵੇ ਜਗਾਵੇਗਾ, ਪ੍ਰਸਾਦ ਅਰਪੇਗਾ, ਸੁਨ ਸ਼ਰਧਾ ਤਰ ਭੂਪਤ ਠਾਨੀ, ਉਹਨੂੰ ਸੁੱਖ ਮਿਲਣਗੇ। ਇਸ ਤਰ੍ਹਾਂ ਇਹ ਰਾਜੇ ਨੇ ਬਚਨ ਮੰਨੇ ਸਰਧਾ ਭਾਵਨਾ ਧਾਰ ਕੇ। ਵਿਪਰ ਬਿਠਾਰਿਓ ਕਰ ਇਸਥਾਨੀ, ਕਵੀ ਜੀ ਕਹਿੰਦੇ ਕਿ ਉਸ ਜਗ੍ਹਾ ਤੇ ਪੁਜਾਰੀ ਨੂੰ ਬਿਠਾ ਦਿੱਤਾ ਸਦਾ ਵਾਸਤੇ। ਭਾਈ ਇਹ ਸਤਿਗੁਰਾਂ ਦੇ ਅਸਥਾਨ ਦੀ ਪੂਜਾ ਕਰਨੀ, ਧੂਪ ਵੱਟੀ ਦੇਣੀ ਹੈ, ਇੱਥੇ ਝਾੜੂ ਫੇਰਨਾ ਹੈ। ਨਿਤ ਪੰਚਾਮ੍ਰਿਤ ਕੋ ਕਰਵਾਏ, ਕਹਿੰਦੇ ਨਿਤਾ ਪ੍ਰਤੀ ਹੀ ਉੱਥੇ ਰਾਜਾ ਕੜਾਹ ਪ੍ਰਸਾਦ ਦੀ ਦੇਗ ਕਰਾਉਂਦਾ ਰਿਹਾ। ਆਨੈ ਤਹਾਂ ਦੇ ਵਰਤਾਏ, ਤੋ ਉੱਥੇ ਮਹਾਰਾਜ ਸਾਹਿਬ ਦੇ ਅੱਗੇ ਰੱਖ ਕੇ ਜਿਵੇਂ ਮਹਾਰਾਜ ਨੇ ਬਚਨ ਕਹੇ ਫਿਰ ਆ ਕਰਕੇ ਸੰਗਤਾਂ ਵਿੱਚ ਵਰਤਾ ਦਿੰਦਾ। ਸਰਬ ਭਾਂਤ ਕੀ ਪੂਜ ਕਰਾਏ, ਸਾਰੇ ਤਰ੍ਹਾਂ ਦੇ ਨਾਲ ਇਸ ਰਾਜੇ ਨੇ ਹਜ਼ੂਰ ਦੇ ਬਚਨਾਂ ਨੂੰ ਮੰਨ ਕੇ ਉਸ ਜਗ੍ਹਾ ਦੀ ਪੂਜਾ ਕਰਾਈ। ਸੋ ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਮਨ ਵਾਸ਼ਿਤ ਤਹਤੇ ਫਲ ਪਾਏ, ਤੋ ਸਾਧ ਸੰਗਤ ਜੀ ਇੱਥੇ ਸੰਕੇ ਵਾਲੀ ਕੋਈ ਗੱਲ ਨਹੀਂ, ਕਿਉਂਕਿ ਜੇ ਬੇਰ ਹੇਠ ਬੈਠੇ ਤਾਂ ਬੇਰ ਸਾਹਿਬ ਬਣ ਗਿਆ। ਉਹਦੀ ਵੀ ਲੋਕ ਪੂਜਾ ਕਰਦੇ। ਸੁਲਤਾਨਪੁਰ ਬੇਰ ਸਾਹਿਬ ਹੈ, ਇੱਕ ਸਿਆਲਕੋਟ ਦੀ ਧਰਤੀ ਤੇ ਬੇਰ ਸਾਹਿਬ ਹੈ, ਤੇ ਇੱਕ ਤੁਸੀਂ ਮਹਿਤਾ ਸਾਹਿਬ ਤੋਂ ਕਿਤੇ ਅੰਮ੍ਰਿਤਸਰ ਸਾਹਿਬ ਨੂੰ ਜਾਓ ਨਾ, ਇੱਥੇ ਵੀ ਛੇਵੇਂ ਪਾਤਸ਼ਾਹ ਜੀ ਦਾ ਇੱਕ ਸਥਾਨ ਹੈ ਬੇਰ ਸਾਹਿਬ। ਤੋ ਬੇਰੀ ਹੇਠ ਬੈਠੇ ਗੁਰੂ, ਬੇਰੀ ਵੀ ਨਿਹਾਲ ਹੋਈ। ਰੀਠੇ ਵੱਲ ਡਿੱਠਾ, ਰੀਠਾ ਮਿੱਠਾ ਹੋਏ ਭਾਵਦਾ। ਅੱਕ ਦੀਆਂ ਖੱਖੜੀਆਂ ਦੇਖ ਕੇ ਨਿਹਾਲ ਹੋਈਆਂ, ਅੰਬ ਤੇ ਅਨਾਰ ਮਰਦਾਨਾ ਤੋੜ ਖਾਮਦਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿੱਥੇ ਚਰਨ ਪੈ ਗਏ, ਸਾ ਧਰਤੀ ਪਈ ਹਰਿਆਵਲੀ ਜਿੱਥਿਆ ਮੇਰਾ, ਸਤਿਗੁਰ ਬੈਠਾ ਆਏ। ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ, ਸਤਿਗੁਰ ਦੇਖਿਆ ਜਾਏ।
ਜਿੱਥੈ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ ਤੋਂ ਉਸ ਥਾਂ ਦੀ ਵੀ ਪੂਜਾ ਹੋ ਜਾਂਦੀ ਹੈ। ਤੁਹਾਡੇ ਕੋਲ ਹੀ ਸ਼ਹੀਦੀ ਬਾਗ ਬੋਹੜ ਦਾ ਦਰਖਤ ਹੈ ਸਾਧ ਸੰਗਤ ਜੀ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਲਾਇਆ ਕਰਦੇ, ਸ਼ਹੀਦੀ ਫੌਜਾਂ ਦਾ ਉਤਾਰਾ ਹੋਇਆ ਕਰਦਾ ਸੀ। ਤੇ ਹਜ਼ੂਰ ਦੇ ਉੱਪਰ ਪ੍ਰਸਾਦੀ ਹਾਥੀ ਚੌਰ ਸਾਹਿਬ ਕਰਿਆ ਕਰਦਾ ਸੀ। ਇੱਥੇ ਇਹ ਇਤਿਹਾਸ ਵਿੱਚ ਸਾਰਾ ਜ਼ਿਕਰ ਆਉਂਦਾ ਹੈ। ਮਹਾਰਾਜ ਤੀਰ ਚਲਾਇਆ ਕਰਦੇ ਤੇ ਪ੍ਰਸਾਦੀ ਹਾਥੀ ਜਾ ਕੇ ਤੀਰਾਂ ਨੂੰ ਚੁਣ ਚੁਣ ਕੇ ਫਿਰ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਆਉਂਦਾ ਸੀ। ਤਾਂ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ, ਭਾਈ ਆਪਣੇ ਨਾਲੋਂ ਤਾਂ ਪ੍ਰਸਾਦੀ ਹਾਥੀ ਵੀ ਉੱਚਾ ਹੋ ਗਿਆ, ਆਪਾਂ ਤਾਂ ਬਹੁਤ ਉਸ ਤੋਂ ਥੱਲੇ ਰਹਿ ਗਏ। ਜਿਹੜੇ ਕਹਿੰਦੇ ਆ ਕਿ ਮਹਾਰਾਜ 'ਤੇ ਚੌਰ ਕਰਨ ਦੀ ਕੀ ਲੋੜ ਹੈ, ਮਹਾਰਾਜ ਨੂੰ ਰੁਮਾਲਿਆਂ ਦੀ ਕੀ ਲੋੜ ਹੈ, ਸਿਆਲ 'ਚ ਕੰਬਲ ਦੇਣ ਦੀ ਕੀ ਲੋੜ ਹੈ, ਉਹਨਾਂ ਵਾਸਤੇ ਤਾਂ ਮਹਾਰਾਜ ਸਿਰਫ ਕਾਗਜ਼ 'ਤੇ ਅੱਖਰ ਹੀ ਹਨ। ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ, ਦੂਸਰ ਰੂਪ ਗੁਰੂ ਗ੍ਰੰਥ ਜੀ ਮਾਨੋ, ਉਨਕੇ ਅੰਗ ਮੇਰੋ ਕਰ ਜਾਨੋ, ਰੋਮ ਰੋਮ ਮੋਹਿ ਅੱਖਰ ਲਹੋ, ਬਾਤ ਜਥਾਰਥ ਤੁਮ ਸੋ ਕਹੋ। ਇਮ ਸਤ ਗੁਰ ਨਿਰਪ ਦਉ ਮਿਲਾਏ। ਇਸ ਤਰ੍ਹਾਂ ਮਹਾਰਾਜ ਨੇ ਦੋਵੇਂ ਰਾਜੇ ਮਿਲਾਏ ਆਪਸ ਵਿੱਚ। ਸਭ ਕੇ ਸੁਣਤਿਓ ਬਾਕ ਅਲਾਏ। ਸਾਰਿਆਂ ਦੇ ਸੁਣਦਿਆਂ ਮਹਾਰਾਜ ਜੀ ਨੇ ਬਚਨ ਕਹੇ। ਜੋ ਬਚਨ ਕਹੇ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਂ ਸੰਪੂਰਨ ਹੈ। ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਭ ਦੀ ਹਾਜ਼ਰੀ ਥਾਂ ਪਾਵਨ, ਚੜ੍ਹਦੀਆਂ ਕਲਾ ਹੋਵਨ, ਵਿਘਨਾਂ ਦਾ ਹੋਵੇ ਨਾਸ, ਕਾਰਜ ਹੋਵਨ ਰਾਸ, ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਹੋਵੇ ਅਭੰਗ, ਸਤਿਗੁਰੂ ਦਾ ਅੰਗ, ਸਦੀਵੀ ਕਾਲ ਪ੍ਰਾਪਤ ਹੋਵੇ। ਹਉ ਕਿਆ ਸਾ ਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਸਰਬ ਭਾਂਤ ਕੀ ਪੂਜ ਕਰਾਏ, ਮਨ ਬਾਸ਼ਿਤ ਤਹ ਤੇ ਫਲ ਪਾਏ। ਇਮ ਸਤ ਗੁਰ ਨਿਰਪ ਦਉ ਮਿਲਾਏ, ਸਭ ਕੇ ਸੁਨਤਿਓ ਬਾਕ ਅਲਾਏ। ਵਾਹਿਗੁਰੂ 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 ਵਾਹਿਗੁਰੂ। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुणतास। हे संगी हे निरंकार, हे निर्गुण सब टेक। हे गोविंद हे गुण निधान, जाके सदा विवेक। हे अपरंपर हर हरे, है भी होवन हार। हे संतह कै सदा संग निधारा आधार। हे ठाकुर हो दासरो मैं निर्गुण गुण नहीं कोय। नानक दीजै नाम दान राखो हिया परोए। आए प्रभ सरनागति कृपा नित दयाल। एक अखर हर मन बसत, नानक होत निहाल। वाहिगुरु नाम जहाज है, चढ़े सो तरे पार। जो श्रद्धा कर सीम दे गुर पार उतारन हार। जो श्रद्धा कर सीम दे गुर पार उतारन हार। वाहिगुरु जी का खालसा, वाहिगुरु जी की फतेह।
ਸਾ